ਵਾਹਿਗੁਰੂ ਸਾਹਿਬ ਜੀ। ਜਬ ਲਾਓ ਨਹੀਂ ਭਾਗ ਲਿਲਾਰ ਉਦੈ, ਤਬ ਲਾਓ ਭ੍ਰਮ ਤੇ ਫਿਰਤੇ ਬਹੁ ਤਾਹਿਓ। ਕਲ ਘੋਰ ਸਮੁੰਦਰ ਮੈਂ ਬੁਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਕਹਾਓ। ਖੇਤ ਜੋ ਮੰਡਿਓ ਸੂਰਮਾ, ਅਬ ਜੂਜਨ ਕਉ ਦਾਇਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਜੋ ਤਉ ਪ੍ਰੇਮ ਖੇਲਨ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਤੀਜੈ ਕਾਣ ਨਾ ਕੀਜੈ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਵਾਜ ਅੰਤਰਜਾਮੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਹੋ ਰਹੀ ਹੈ। ਆਪ ਗੁਰਸਿੱਖ ਮਾਈ ਭਾਈ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਮਹਾਰਾਜ ਜੀ ਦੇ ਦਰਸ਼ਨ ਦੀਦਾਰ, ਗੁਰੂ ਕੀ ਸੰਗਤ, ਨਿਤਨੇਮ ਬਾਣੀਆਂ ਦੇ ਜਾਪ, ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ ਸੰਗਤ ਰੂਪ ਅੰਦਰ ਸੁਣਿਆ ਹੈ। ਗੁਰੂ ਚਰਨਾਂ ਅੰਦਰ ਅਰਦਾਸ ਬੇਨਤੀ, ਪਾਵਨ ਸ਼੍ਰੀ ਮੁਖਵਾਕ ਅੱਜ ਗੁਰੂ ਨਾਨਕ ਸਾਹਿਬ ਜੀਆਂ ਦੀ ਪੰਜਵੀਂ ਜੋਤ, ਸ਼ਾਂਤੀ ਦੇ ਸੋਮੇ, ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ। ਨਾਲ ਨਾਲ ਆਪਾਂ
ਜੋ ਲੜੀਵਾਰ ਤੁਰਕੀ ਗੁਰਬਾਣੀ ਦੀ ਕਥਾ ਆਰੰਭ ਹੈ, ਉਹ ਵਿਚਾਰ ਵੀ ਕਰਨੀ ਹੈ। ਨਾਲ ਨਾਲ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੀ ਵਿਚਾਰ ਵੀ ਕਰਨੀ ਹੈ। ਮਨ ਬਿਰਤੀਆਂ ਨੂੰ ਸਤਿਗੁਰਾਂ ਦੇ ਚਰਨਾਂ ਅੰਦਰ ਜੋੜੀਏ। ਗਰੀਬ ਨਵਾਜ ਕਿਰਪਾ ਕਰਨ, ਆਪਣੇ ਸ਼ਹੀਦੀ ਗੁਰਪੁਰਬ ਦੀ ਕਥਾ ਆਪ ਹੀ ਰਸਨਾ ਤੇ ਵਸ ਕੇ ਕਰਵਾ ਲੈਣ। ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਈ ਦੇ ਭਲੇ ਵਾਸਤੇ ਸਿੱਖ ਕੌਮ ਦੀ ਮਾਇਨਾਜ ਹਸਤੀ ਭਾਈ ਸਾਹਿਬ ਭਾਈ ਗੁਰਦਾਸ ਨੂੰ ਲਿਖਾਰੀ ਲਾਇਆ। ਗੁਰਬਾਣੀ ਲਿਖਾ ਰਹੇ ਹਨ। ਜਦੋਂ ਸਾਧ ਸੰਗਤ ਜੀ ਭਗਤਾਂ ਦੀ ਬਾਣੀ ਆਰੰਭ ਹੁੰਦੀ ਹੈ ਤੇ ਮਹਾਰਾਜ ਭਗਤਾਂ ਦੀ ਬਾਣੀ ਸ਼ੁਰੂ ਕਰਵਾਉਂਦੇ ਨੇ। ਉਸ ਵੇਲੇ ਲਾਹੌਰ ਦੀ ਧਰਤੀ ਤੇ 4 ਭਗਤ ਹਨ: ਕਾਨਾ, ਛੱਜੂ, ਸ਼ਾਹ ਹੁਸੈਨ। ਕਾਨਾ ਜਿਹੜਾ ਹੈ, ਜਿਹਦੀ ਉਮਰ 500 ਸਾਲ ਦੀ ਹੈ, ਯੋਗ ਸਾਧਨਾ ਕਰਦਾ ਹੈ। ਸਾਰੇ ਦੇ ਸਾਰੇ ਹੰਕਾਰੀ ਹਨ। ਇਹਨਾਂ ਨੂੰ ਪਤਾ ਲੱਗਾ ਹੈ ਕਿ ਮਹਾਰਾਜ ਗੁਰਬਾਣੀ ਲਿਖਾ ਰਹੇ ਨੇ ਤੇ ਗੁਰਬਾਣੀ ਦੇ ਅੰਦਰ ਭਗਤਾਂ ਦੀ ਬਾਣੀ ਆਰੰਭ ਕੀਤੀ ਹੈ। ਫਿਰ ਉਹ ਭਗਤ, ਜਿਹੜੇ ਭਗਤ ਸੰਸਾਰ ਤੇ ਨਹੀਂ ਹਨ, ਅਸੀਂ ਸੰਸਾਰ ਤੇ ਹਾਂ, ਦੁਨੀਆ ਦੇ ਲੋਕ ਸਾਡੀ ਪੂਜਾ ਕਰਦੇ ਹਨ, ਇਹ ਚਾਰੇ ਜਿਹੜੇ ਭਗਤ ਹਨ, ਇਹ ਮਹਾਰਾਜ ਜੀ ਦੇ ਕੋਲ ਆਉਂਦੇ ਨੇ। ਸੱਚੇ ਪਾਤਸ਼ਾਹ ਦੇ ਪਾਸ ਆਣ ਕੇ ਮੱਥਾ ਟੇਕਦੇ ਨੇ। ਹੰਕਾਰ ਦੇ ਵਿੱਚ ਕਹਿਣ ਲੱਗੇ, ਦੁਨੀਆ ਦੇ ਲੋਕ ਸਾਡੀ ਸੇਵਾ ਕਰਦੇ ਨੇ, ਪੂਜਾ ਕਰਦੇ ਨੇ, ਅਸੀਂ ਮੰਨੇ ਪ੍ਰਮੰਨੇ ਭਗਤ ਹਾਂ। ਆਪ ਜੀ ਨੇ ਸਾਨੂੰ ਕਿਉਂ ਨਹੀਂ ਸੱਦਿਆ? ਸਾਡੀ ਬਾਣੀ ਕਿਉਂ ਨਹੀਂ ਲਿਖਾਈ? ਇੱਥੋਂ ਤੱਕ ਬਚਨ ਇਹਨਾਂ ਨੇ ਹੰਕਾਰ ਦੇ ਵਿੱਚ ਬੋਲ ਕਹੇ ਕਿ ਜਿਹੜੇ ਭਗਤ ਦੁਨੀਆ ਤੇ ਨਹੀਂ, ਮਰ ਚੁੱਕੇ ਹਨ, ਉਹਨਾਂ ਦੀ ਤੁਸੀਂ ਬਾਣੀ ਪ੍ਰਵਾਨ ਕਰ ਰਹੇ ਹੋ। ਸਤਿਗੁਰੂ ਜੀ ਸ਼ਾਂਤੀ ਦੇ ਸੋਮੇ ਹਨ। ਗਰੀਬ ਨਵਾਜ ਕਹਿੰਦੇ, ਲੰਗਰ ਪਾਣੀ ਛਕੋ, ਆਰਾਮ ਕਰੋ, ਅੰਮ੍ਰਿਤ ਵੇਲੇ ਆਉਣਾ, ਤੁਹਾਡੀ ਅਸੀਂ ਬਾਣੀ ਸੁਣਾਂਗੇ। ਰਾਤ ਬਤੀਤ ਹੋਈ, ਅੰਮ੍ਰਿਤ ਵੇਲਾ ਹੋਇਆ। ਇਹ ਚਾਰੇ ਉੱਥੇ ਪਹੁੰਚ ਜਾਂਦੇ ਹਨ ਜਿੱਥੇ ਮਹਾਰਾਜ ਬਾਣੀ ਉਚਾਰਦੇ ਹਨ। ਸਭ ਤੋਂ ਪਹਿਲਾਂ ਸਾਧ ਸੰਗਤ ਜੀ ਮਹਾਰਾਜ ਕਹਿੰਦੇ, ਕਾਨਿਆ ਤੂੰ ਬਾਣੀ ਸੁਣਾ, ਕਿਉਂਕਿ ਸ਼ਹੀਦੀ ਦਾ ਕਾਰਨ ਇੱਕ ਇਹ ਵੀ ਬਣਦਾ ਹੈ, ਜਿਹੜਾ ਕਾਨਾ ਹੈ ਇਹ ਚੰਦੂ ਦੇ ਸਕੇ ਤਾਏ ਦਾ ਪੁੱਤਰ ਹੈ। ਕਾਨਾ ਬਾਣੀ ਸੁਣਾਉਣ ਲੱਗਾ, ਉਹੀ ਰੇ ਮੈਂ ਉਹੀ ਰੇ, ਜਾਕੂ ਵੇਦ ਪੁਰਾਨ ਸਭ ਖੋਜੈ, ਖੋਜਤ ਖੋਜ ਨਾ ਕੋਈ ਰੇ। ਅੱਗੇ ਉਚਾਰਦਾ ਹੈ, ਬ੍ਰਹਮਾ ਵਿਸ਼ਨ ਮਹੇਸ਼ ਅਰਾਧ ਹੈ, ਸਭ ਕਰਦੇ ਜਾ ਕੀ ਸੇਵਾ ਰੇ। ਕਹਿ ਕਾਨਾ ਮਮ ਅਸ ਸਰੂਪ ਹੈ, ਅਪਰੰਪਰ ਅਲਖ ਅਪੇਵਾਰੇ। ਸਤਿਗੁਰੂ ਜੀ ਕਹਿਣ ਲੱਗੇ, ਕਾਨਿਆ ਤੈਨੂੰ ਗਿਆਨ ਹੈ, ਪਰ ਤੇਰੀ ਬਾਣੀ ਦੇ ਵਿੱਚ ਹੰਕਾਰ ਬੁਲ ਰਿਹਾ ਹੈ। ਅਸੀਂ ਸਿੱਖਾਂ ਦੇ ਵਿੱਚ ਨਿਮਰਤਾ, ਪ੍ਰੇਮ ਭਾਵਨਾ ਪੈਦਾ ਕਰਨੀ ਹੈ, ਹੰਕਾਰ ਨਹੀਂ। ਇਹਦੇ ਪਾਸ ਯੋਗ ਸਾਧਨਾ ਹੈ, 500 ਸਾਲ ਦੀ ਉਮਰ ਹੈ,
ਜਿਵੇਂ ਅੱਗ ਦੇ ਉੱਪਰ ਘਿਓ ਪਾ ਦਈਏ ਤੇ ਅੱਗ ਹੋਰ ਤੇਜ਼ ਹੋ ਜਾਂਦੀ ਹੈ। ਮਹਾਰਾਜ ਜੀ ਦੇ ਬੋਲ ਸੁਣੇ ਤੇ ਕਾਨੇ ਦਾ ਹਿਰਦਾ ਅੱਗ ਦੇ ਵਾਂਗ ਸੜ ਗਿਆ ਹੈ। ਹੰਕਾਰ ਦੇ ਵਿੱਚ ਕਹਿਣ ਲੱਗਾ, ਤੁਹਾਡੀ ਜਿਹੜੀ ਮੌਤ ਹੈ ਤੁਰਕਾਂ ਦੇ ਘਰ ਵਿੱਚ ਆਵੇਗੀ। ਸੱਚੇ ਪਾਤਸ਼ਾਹ ਕਹਿੰਦੇ, ਕਾਨਿਆ ਤੂੰ ਸਾਡੀ ਹੋਣੀ ਪਰਖੀ ਹੈ, ਲਾਹੌਰ ਦੀ ਧਰਤੀ ਤੇ ਤੁਸੀਂ ਵੀ ਨਹੀਂ ਪਹੁੰਚਦੇ। ਰਹੋ ਵਿਚਾਰ। ਦੂਸਰੇ ਪਾਸੇ ਜਿਹੜਾ ਚੰਦੂ ਹੈ, ਉਹਦੇ ਲਾਗੀ ਆਉਂਦੇ ਨੇ ਬ੍ਰਾਹਮਣ, ਆਉਂਦੇ ਨੇ। ਉਹਦੀ ਧੀ ਦਾ ਜਿਹੜਾ ਨਾਤਾ ਹੈ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਪੱਕਾ ਕਰਕੇ ਚਲੇ ਜਾਂਦੇ ਹਨ। ਜਦੋਂ ਜਾ ਕੇ ਦੱਸਦੇ ਹਨ ਕਿ ਅਸੀਂ ਤੁਹਾਡੀ ਧੀ ਦਾ ਰਿਸ਼ਤਾ ਪੱਕਾ ਕਰ ਰਹੇ ਹਾਂ, ਪੁੱਛਦਾ ਕਿੱਥੇ? ਕਹਿਣ ਲੱਗੇ ਗੁਰੂ ਅਰਜਨ ਸਾਹਿਬ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੂੰ। ਹੰਕਾਰ ਦੇ ਵਿੱਚ ਕਹਿਣ ਲੱਗਾ, ਅਸੀਂ ਚੁਬਾਰਾ ਹਾਂ ਤੇ ਉਹ ਬੜੇ ਛੋਟੇ ਹਨ, ਮੁਰੀ ਦੀ ਨਿਆਈ ਹਨ। ਫਿਰ ਹੰਕਾਰ ਦੇ ਵਿੱਚ ਕਹਿਣ ਲੱਗਾ, ਠੀਕ ਹੈ, ਮੇਰੀ ਧੀ ਸਿੱਖਾਂ ਦੀ ਮਾਂ ਖਿਲਾਵੇਗੀ। ਦਿੱਲੀ ਦੀ ਧਰਤੀ ਤੇ ਸਿੱਖ ਸੰਗਤਾਂ ਨੇ ਚਿੱਠੀ ਲਿਖੀ। ਉਧਰੋਂ ਚੰਦੂ ਜਿਹੜਾ ਹੈ ਉਹਨਾਂ ਲਾਗੀਆਂ ਨੂੰ ਵਾਪਸ ਭੇਜਦਾ ਹੈ, ਠੀਕ ਹੈ ਰਿਸ਼ਤਾ ਪੱਕਾ ਕਰ ਆਓ। ਉਧਰੋਂ ਸਾਧ ਸੰਗਤ ਜੀ ਦਿੱਲੀ ਦੀ ਸੰਗਤ ਨੇ ਚਿੱਠੀ ਲਿਖ ਕੇ ਭੇਜੀ, ਮਹਾਰਾਜ ਸਾਡੀ ਬੇਨਤੀ ਹੈ, ਆਪਾਂ ਇਹ ਨਾਤਾ ਪ੍ਰਵਾਨ ਨਹੀਂ ਕਰਨਾ। ਇਸਨੇ ਹੰਕਾਰ ਦੇ ਵਿੱਚ ਸ਼ਬਦ ਕਹੇ ਹਨ, ਬੋਲ ਕਹੇ ਹਨ ਚੰਦੂ ਨੇ। ਮਹਾਰਾਜ ਸੱਚੇ ਪਾਤਸ਼ਾਹ ਸੁਭਾਇਮਾਨ ਹਨ। ਅੰਮ੍ਰਿਤਸਰ ਸਾਹਿਬ ਦੀ ਪਾਕ ਪਵਿੱਤਰ ਧਰਤੀ ਤੇ ਬੜੀਆਂ ਸੰਗਤਾਂ ਬੈਠੀਆਂ ਹੋਈਆਂ ਹਨ। ਇੰਨੇ ਸਮੇਂ ਨੂੰ ਸਾਧ ਸੰਗਤ ਜੀ ਲਾਗੀ ਆ ਜਾਂਦੇ ਹਨ ਤੇ ਨਾਲ ਹੀ ਗੁਰੂ ਕੀ ਸੰਗਤ ਵੱਲੋਂ ਭੇਜਿਆ ਹੋਇਆ ਸਿੱਖ ਵੀ ਆ ਜਾਂਦਾ ਹੈ। ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਹੈ। ਸੱਚੇ ਪਾਤਸ਼ਾਹ, ਇਹ ਸੰਗਤ ਵੱਲੋਂ ਚਿੱਠੀ ਹੈ, ਆਪ ਜੀ ਪੜ੍ਹੋ। ਮਹਾਰਾਜ ਮੇਵੜੇ ਸਿੱਖ ਨੂੰ ਹੁਕਮ ਕਰਦੇ ਹਨ। ਸਿੱਖ ਜਦੋਂ ਚਿੱਠੀ ਪੜ੍ਹ ਕੇ ਮਹਾਰਾਜ ਜੀ ਨੂੰ ਸੁਣਾਉਂਦਾ ਹੈ, ਸਤਿਗੁਰੂ ਜੀ ਉਹਨਾਂ ਲਾਗੀਆਂ ਨੂੰ ਕਹਿਣ ਲੱਗੇ ਕਿ ਜਿਹੜਾ ਰਿਸ਼ਤਾ ਸੰਗਤ ਨੂੰ ਪ੍ਰਵਾਨ ਨਹੀਂ, ਉਹ ਸਾਨੂੰ ਪ੍ਰਵਾਨ ਨਹੀਂ। ਉਸ ਦਿਨ ਤੋਂ ਸਾਧ ਸੰਗਤ ਜੀ ਚੰਦੂ ਜਿਹੜਾ ਹੈ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਲ ਬੜੀ ਈਰਖਾ ਕਰਦਾ ਹੈ। ਦੂਸਰੇ ਇਸਲਾਮ ਧਰਮ ਦੇ ਵੱਡੇ ਜਿਹੜੇ ਪੀਰ ਹਨ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਬੜੀ ਈਰਖਾ ਕਰਦੇ ਨੇ ਕਿ ਬੜੇ ਮੁਸਲਮਾਨ ਇਹਨਾਂ ਦੇ ਮੁਰੀਦ ਬਣ ਰਹੇ ਹਨ। ਇਹਨਾਂ ਦੀ ਸਿੱਖੀ, ਇਹਨਾਂ ਦੀ ਸੇਵਕੀ ਬੜੀ ਵੱਧਦੀ ਜਾ ਰਹੀ ਹੈ। ਇਸਲਾਮ ਧਰਮ ਨੂੰ ਖਤਰਾ ਹੋ ਸਕਦਾ ਹੈ। ਰਹੋ ਵਿਚਾਰ। ਕਦੀ ਈਰਖਾ ਦੇ ਸਹਿਤ ਹੋ ਕੇ ਸੁਲਭੀ ਖਾਂ ਆਉਂਦਾ ਹੈ, ਉਹਦੀ ਰਸਤੇ ਵਿੱਚ ਮੌਤ ਆਉਂਦੀ ਹੈ, ਹੋ ਜਾਂਦੀ ਹੈ। ਕਦੇ ਸੁਲਹੀ ਖਾਨ ਆਉਂਦਾ ਹੈ, ਉਹਦੀ ਅੱਗ ਅੰਦਰ ਸੜ ਕਰਕੇ ਮੌਤ ਹੋ ਜਾਂਦੀ ਹੈ। ਉੱਥੇ ਮਹਾਰਾਜ ਸਾਹਿਬ ਜੀ ਨੇ ਬਚਨ ਵੀ ਉਚਾਰੇ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੁਆ ਮੁਆ ਨਾ ਪਾਕ। ਇਸ ਤੋਂ ਬਾਅਦ ਜਹਾਂਗੀਰ ਆਪਣੇ ਪੁੱਤਰ ਖੁਸਰੋ ਨੂੰ ਦੇਸ਼ ਨਿਕਾਲਾ ਦਿੰਦਾ ਹੈ। ਸਾਰੇ ਦੇਸ਼ ਅੰਦਰ ਇਹ ਢੰਡੋਰਾ ਪਟਵਾਉਂਦਾ ਹੈ ਕਿ ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਛੋਟਾ ਹੈ, ਭਾਵੇਂ ਕੋਈ ਵੱਡਾ ਹੈ, ਮੇਰੇ ਪੁੱਤਰ ਨੂੰ ਕੋਈ ਮੂੰਹ ਨਾ ਲਾਵੇ, ਕੋਈ ਉਹਨੂੰ ਲੰਗਰ ਪਾਣੀ ਨਾ ਛਕਾਵੇ। ਸਾਧ ਸੰਗਤ ਜੀ, ਜਦੋਂ ਇਹ ਖੁਸਰਾ ਚਲਦਾ ਚਲਦਾ ਪੰਜਾਬ ਦੀ ਧਰਤੀ ਤੇ ਆਉਂਦਾ ਹੈ, ਤਰਨ ਤਾਰਨ ਸਾਹਿਬ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਜੀਵਾਂ ਦਾ ਭਲਾ ਕਰ ਰਹੇ ਨੇ। ਸਿੱਖਾਂ ਦੇ ਪਾਸੋਂ ਪਤਾ ਲੱਗਾ ਕਿ ਮਹਾਰਾਜ ਇੱਥੇ ਹਨ।
ਖੁਸਰੋ ਨੇ ਪੜਾ ਕੀਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਹੁੰਦਾ ਹੈ, ਮੱਥਾ ਟੇਕਦਾ ਹੈ। ਗਰੀਬ ਨਵਾਜ਼ ਮੇਰੇ ਤੇ ਕਿਰਪਾ ਕਰੋ, ਮੈਨੂੰ ਮੇਰੇ ਬਾਪ ਨੇ ਦੇਸ਼ ਨਿਕਾਲਾ ਦਿੱਤਾ ਹੈ। ਮਹਾਰਾਜ ਮੈਂ ਤੇ ਬੜਾ ਗਰੀਬ ਹੋ ਗਿਆ ਹਾਂ, ਜਿਹੜੇ ਘਰਵਾਲੀ ਦੇ ਗਹਿਣੇ ਸਾਨੂੰ ਸਾਰੇ ਵੇਚ ਦਿੱਤੇ ਹਨ। ਸੱਚੇ ਪਾਤਸ਼ਾਹ ਜੀ ਦਾ ਸੁਭਾਅ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਗਰੀਬ ਨਵਾਜ਼ ਕਹਿੰਦੇ ਭਾਈ ਕੋਈ ਗੱਲ ਨਹੀਂ, ਗੁਰੂ ਕੇ ਲੰਗਰਾਂ ਦੇ ਵਿੱਚੋਂ ਲੰਗਰ ਪਾਣੀ ਛਕੋ, ਜਿਸ ਵੀ ਚੀਜ਼ ਦੀ ਲੋੜ ਹੈ ਉਹ ਤੁਸੀਂ ਲੈ ਸਕਦੇ ਹੋ। ਖੁਸਰੋ ਜਿਹੜਾ ਹੈ ਕੁਝ ਦਿਨ ਮਹਾਰਾਜ ਸਾਹਿਬ ਜੀ ਦੇ ਪਾਸ ਰਹਿੰਦਾ ਹੈ, ਫਿਰ ਬੇਨਤੀ ਕਰਦਾ ਹੈ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਵਾਪਸ ਜਾਵਾਂ। ਤੁਰਨ ਲੱਗਿਆ ਨੂੰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ 5000 ਰੁਪਈਆ ਉਹਨਾਂ ਸਮਿਆਂ ਵੇਲੇ ਦਿੱਤਾ ਹੈ। ਇਹ ਸਾਰੇ ਦ੍ਰਿਸ਼ ਨੂੰ ਚੰਦੂ ਦੇ ਕਿਸੇ ਮਿੱਤਰ ਨੇ ਵੇਖਿਆ, ਉਹ ਦੌੜ ਕੇ ਦਿੱਲੀ ਪਹੁੰਚਦਾ ਹੈ। ਸਾਰੀ ਜਿਹੜੀ ਵਾਰਤਾ ਹੈ ਚੰਦੂ ਨੂੰ ਦੱਸਦਾ ਹੈ। ਚੰਦੂ ਸਾਧ ਸੰਗਤ ਜੀ ਸੁਣ ਕੇ ਬੜਾ ਖੁਸ਼ ਹੁੰਦਾ ਹੈ, ਕਹਿਣ ਲੱਗਾ ਮੈਨੂੰ ਬੜਾ ਸਮਾਂ ਹੋ ਗਿਆ, ਮੈਨੂੰ ਕੋਈ ਹੀਲਾ ਨਹੀਂ ਸੀ ਹੋ ਰਿਹਾ, ਵਸੀਲਾ ਨਹੀਂ ਸੀ ਹੋ ਰਿਹਾ, ਪਰ ਹੁਣ ਸਮਾਂ ਮਿਲ ਗਿਆ, ਹੁਣ ਮੈਂ ਬਖਸ਼ਾਂਗਾ ਨਹੀਂ। ਚੰਦੂ ਦੀਵਾਨ ਹੈ ਜਹਾਂਗੀਰ ਬਾਦਸ਼ਾਹ ਦਾ, ਬਾਦਸ਼ਾਹ ਦੇ ਪਾਸ ਜਾਂਦਾ ਹੈ, ਜਾ ਕੇ ਸਲਾਮ ਕਰਦਾ ਹੈ, ਬਾਦਸ਼ਾਹ ਆਪ ਜੀ ਨੇ ਆਪਣੇ ਪੁੱਤਰ ਖੁਸਰੋ ਨੂੰ ਬਗਾਵਤ ਦੇਸ਼ ਨਿਕਾਲਾ ਦਿੱਤਾ ਹੈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬੜੇ ਕਠੋਰ ਬੋਲ ਜਿਹੜੇ ਹਨ ਇਹ ਬੋਲਣ ਲੱਗਾ ਹੈ ਕਿ ਉਹਨਾਂ ਨੇ ਆਪਣੇ ਪਾਸ ਰੱਖਿਆ, ਉਹਨੂੰ ਮਾਇਆ ਵੀ ਦਿੱਤੀ, ਨਾਲ ਇਹ ਵੀ ਕਹਿ ਦਿੱਤਾ ਕਿ ਅਸੀਂ ਜਹਾਂਗੀਰ ਬਾਦਸ਼ਾਹ ਤੋਂ ਡਰਦੇ ਨਹੀਂ, ਸਾਨੂੰ ਕਿਸੇ ਬਾਦਸ਼ਾਹ ਦੀ ਪਰਵਾਹ ਨਹੀਂ। ਆਪ ਜੀ ਉਹਨਾਂ ਪਾਸੋਂ ਟੈਕਸ ਲਓ, ਉਹਨਾਂ ਨੇ ਬੜੇ ਧਾਵੜੀ ਬੜੇ ਚੋਰ ਪੈਦਾ ਕੀਤੇ ਹਨ, ਤੁਹਾਡੇ ਦੇਸ਼ ਨੂੰ ਤੁਹਾਡੇ ਰਾਜ ਨੂੰ ਖਤਰਾ ਹੋ ਸਕਦਾ ਹੈ। ਕਹਿੰਦੇ ਚੰਦੂ ਪਾਪੀ ਨੇ ਬਾਦਸ਼ਾਹ ਦੇ ਪਾਸੋਂ ਹਾਂ ਕਰਵਾ ਕੇ ਚਿੱਠੀ ਵੀ ਆਪ ਲਿਖੀ ਹੈ। ਚਿੱਠੀ ਦੇ ਵਿੱਚ ਲਿਖਿਆ ਹੈ ਕਿ ਆਪ ਜੀ ਨੇ ਸਾਡੇ ਪੁੱਤਰ ਖੁਸਰੋ ਦੀ ਮਦਦ ਕੀਤੀ ਹੈ, ਤੁਹਾਨੂੰ 2 ਲੱਖ ਰੁਪਈਆ ਸਾਨੂੰ ਦੇਣਾ ਪਵੇਗਾ। ਤੇ ਨਾਲ ਅਹਿਦੀ ਨੂੰ ਕਹਿ ਦਿੱਤਾ ਕਿ ਜਾ ਕੇ ਕਠੋਰ ਬੋਲ ਬੋਲਣੇ ਨੇ, ਚੰਦੂ ਨੇ ਕਿਹਾ ਹੈ। ਚੰਦੂ ਸਾਧ ਸੰਗਤ ਦੀ ਚਿੱਠੀ ਲੈ ਕੇ ਜਿਹੜਾ ਅਹਿਦੀ ਹੈ ਮਹਾਰਾਜ ਜੀ ਦੇ ਪਾਸ ਆਉਂਦਾ ਹੈ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ, ਮਨ ਉਹਦਾ ਸ਼ਾਂਤ ਹੋ ਜਾਂਦਾ ਹੈ। ਸਤਿਗੁਰੂ ਜੀ ਚਿੱਠੀ ਪੜ੍ਹਦੇ ਨੇ, ਉਹ ਅਹਿਦੀ ਦੇ ਪਾਸੋਂ ਰਿਹਾ ਨਹੀਂ ਗਿਆ, ਕਹਿਣ ਲੱਗਾ ਮਹਾਰਾਜ ਚੰਦੂ ਜਿਹੜਾ ਹੈ ਤੁਹਾਡੇ ਨਾਲ ਬੜੀ ਈਰਖਾ ਕਰਦਾ ਹੈ, ਉਸ ਨੇ ਆਪ ਜੀ ਦੇ ਪ੍ਰਥਾਏ ਬੜੇ ਕਠੋਰ ਬੋਲ ਕਹੇ, ਮਹਾਰਾਜ ਮੈਂ ਆਪ ਜੀ ਨੂੰ ਦੱਸ ਨਹੀਂ ਸਕਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਜਾਓ, ਅਸੀਂ ਬਾਦਸ਼ਾਹ ਨੂੰ ਆਪ ਮਿਲਾਂਗੇ। ਸ਼ਮਾ ਆਪਣੀ ਚਾਲ ਚੱਲਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸਾਰੀ ਘਰ ਦੀ ਜਿਹੜੀ ਸੇਵਾ ਹੈ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਤੇ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਸੌਂਪਦੇ ਹਨ। ਇੱਕ ਨਾਰੀਅਲ ਕੁਝ ਪੈਸੇ ਰੱਖ ਕੇ ਮੱਥਾ ਟੇਕਦੇ ਹਨ। ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਂਦੇ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਥਾਨ 'ਤੇ ਮੱਥਾ ਟੇਕਦੇ ਨੇ, ਪਰਿਕਰਮਾ ਕਰਦੇ ਨੇ। ਫਿਰ ਆਪਣੇ ਮਹਿਲ ਸਾਡੇ ਮਾਤਾ ਗੰਗਾ ਜੀ ਨੂੰ ਸਾਰੀ ਵਾਰਤਾ ਦੱਸਦੇ ਨੇ ਕਿ ਅਸੀਂ ਅੱਜ ਦੀ ਰਾਤ ਇੱਥੇ ਹਾਂ,
ਦਿਨ ਚੜ੍ਹੇਗਾ ਅਸੀਂ ਲਾਹੌਰ ਵੱਲ ਚਾਲੇ ਪਾਉਣੇ ਹਨ ਤੇ ਪਰਤ ਕੇ ਅਸੀਂ ਵਾਪਸ ਨਹੀਂ ਆਉਣਾ। ਮਾਤਾ ਗੰਗਾ ਜੀ ਗੁਰੂ ਕੇ ਮਹਿਲ ਸੁਣ ਕੇ ਵੈਰਾਗ ਕਰਦੇ ਹਨ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਹੌਸਲਾ ਦਿੱਤਾ ਕਿ ਜਿੰਨਾ ਸੰਸਾਰ ਹੈ, ਸੰਸਾਰ ਦੀ ਬੰਤਰ ਹੈ, ਬਨਾਸ਼ਪਤੀ ਹੈ, ਨਾਸਵੰਤ ਹੈ। ਉਸ ਵਾਹਿਗੁਰੂ ਦੇ ਭੈ ਵਿੱਚ ਰਹਿਣਾ ਹੈ। ਤੁਹਾਡਾ ਜਿਹੜਾ ਸੁਪੁੱਤਰ ਹੈ ਬੜਾ ਹੋਣਹਾਰ ਹੋਵੇਗਾ, ਮਹਾਨ ਸੂਰਬੀਰ ਹੋਵੇਗਾ, ਦੁਸ਼ਟਾਂ ਦਾ, ਪਾਪੀਆਂ ਦਾ ਖਾਤਮਾ ਕਰੇਗਾ। ਇਸ ਤਰ੍ਹਾਂ ਸਾਧ ਸੰਗਤ ਜੀ ਰਾਤ ਬਤੀਤ ਹੋਈ ਹੈ। ਦਿਨ ਚੜ੍ਹਦੇ ਨੇ, ਮਹਾਰਾਜ ਇਸ਼ਨਾਨ ਕਰਦੇ ਨੇ, ਸਮਾਧੀ ਵਿੱਚ ਲੀਨ ਹੁੰਦੇ ਨੇ। 5 ਸਿੱਖ ਨਾਲ ਲਏ ਨੇ, ਭਾਈ ਬਿਧੀ ਚੰਦ, ਭਾਈ ਲੰਗਾਹ ਜੀ, ਭਾਈ ਜੇਠਾ ਜੀ ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਚਾਲੇ ਪਾਉਣ ਲੱਗੇ ਹਨ। ਬੇਅੰਤ ਗੁਰੂ ਕੀਆਂ ਸੰਗਤਾਂ ਨੇ, ਸੰਗਤਾਂ ਦੇ ਵਿੱਚ ਬੜਾ ਵੈਰਾਗ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਤੁਰਦੇ ਨੇ ਬਹੁਤ ਵੱਡਾ ਕਾਫਲਾ ਹੋ ਜਾਂਦਾ ਹੈ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਗੁਰੂ ਹਰਗੋਬਿੰਦ ਮਹਾਰਾਜ ਵੀ ਨਾਲ ਹਨ। ਸੱਚੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਬਚਨ ਕਹੇ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਅਦਬ ਰੱਖਣਾ ਹੈ, ਸਤਿਕਾਰ ਰੱਖਣਾ ਹੈ। ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਗੁਰੂ ਨਾਨਕ ਜੀ ਦੇ ਘਰ ਅੰਦਰ। ਭਾਈ ਗੁਰਦਾਸ ਤੇ ਨਾਲ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਮਹਾਰਾਜ ਜੀ ਦੇ ਨਾਲ, ਮਹਾਰਾਜ ਜੀ ਦੇ ਹੁਕਮ ਦੇ ਵਿੱਚ ਰਹਿਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਹੁਣ ਸਾਰੀ ਸੰਗਤ ਨੂੰ ਵਾਪਸ ਮੁੜਦੇ ਨੇ। ਇੱਕ ਸਿੱਖ ਨੂੰ ਹੁਕਮ ਕਰਦੇ ਨੇ ਕਿ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾਓ, ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਵੰਸ਼ ਹੈ ਤੇ ਬਾਬਾ ਅਰਥਮਲ ਜੀ ਨੂੰ ਜਾ ਕੇ ਸਾਡਾ ਸੁਨੇਹਾ ਦਿਓ, ਜੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੋਤਰੇ ਸਨ, ਕਿ ਉਹ ਵੀ ਲਾਹੌਰ ਦੀ ਧਰਤੀ ਤੇ ਆਉਣ, ਸਾਨੂੰ ਕੱਲ੍ਹ ਨੂੰ ਮਿਲਣ। ਇੱਥੋਂ ਗਰੀਬ ਨਵਾਜ਼ ਜਦੋਂ ਤੁਰਦੇ ਹਨ, ਸਾਰੀਆਂ ਸੰਗਤਾਂ ਨੂੰ ਵਾਪਸ ਮੁੜਦੇ ਨੇ। ਸੰਗਤਾਂ ਵਿੱਚ ਬੜਾ ਵੈਰਾਗ ਹੈ ਤੇ ਮਹਾਰਾਜ ਜੀ ਨੇ ਦੋਨੋਂ ਹੱਥ ਜੋੜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਨਮਸਕਾਰ ਕੀਤੀ ਹੈ। ਆਪ ਤੁਰ ਪੈਂਦੇ ਹਨ। ਹੌਲੀ ਹੌਲੀ ਸਾਧ ਸੰਗਤ ਜੀ ਲਾਹੌਰ ਦੀ ਧਰਤੀ ਤੇ ਪਹੁੰਚਦੇ ਹਨ। ਇੱਥੇ ਬੇਅੰਤ ਗੁਰੂ ਕੀਆਂ ਸਿੱਖ ਸੰਗਤਾਂ ਦੇ ਨਿਵਾਸ ਹਨ, ਘਰ ਹਨ। ਪਰ ਇੱਕ ਪ੍ਰੇਮੀ ਸਿੱਖ ਹੈ ਜਿਹਦਾ ਨਾਮ ਹੈ ਭਾਈ ਸੱਧੂ ਜੀ। ਉਹ ਰਾਤ ਦਿਨ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕਰਦਾ ਹੈ। ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੈਂ ਹੈ ਤਾਂ ਗਰੀਬ, ਮੇਰੀ ਭਾਵਨਾ ਪੂਰਨ ਕਰੋ, ਮੇਰੇ ਘਰ ਅੰਦਰ ਚਰਨ ਪਾਓ, ਮੈਂ ਮਹਾਰਾਜ ਆਪ ਜੀ ਦੀ ਸੇਵਾ ਕਰਾਂ, ਸੇਵਾ ਕਰਕੇ ਜੀਵਨ ਨੂੰ ਸਫਲ ਕਰਾਂ। ਤੇ ਸਤਿਗੁਰੂ ਜੀ ਬਾਣੀ ਵਿੱਚ ਲਿਖਦੇ ਨੇ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਧਰਤੀ ਧਾਈਐ, ਤੂੰ ਭਗਤਾਂ ਕੈ ਵਸ ਭਗਤਾਂ ਤਾਨ ਤੇਰਾ। ਜਹ ਜਹ ਸੰਤ ਅਰਾਧ ਹੈ ਤਹ ਤਹ ਪ੍ਰਗਟਾਇਆ। ਭਾਈ ਸੱਧੂ ਅਰਦਾਸ ਕਰਦਾ ਹੈ, ਬੇਨਤੀਆਂ ਕਰਦਾ ਹੈ। ਦੀਨ ਦੁਨੀਆ ਦੇ ਵਾਲੀ, ਸ਼ਾਂਤੀ ਦੇ ਸੋਮੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਭਾਈ ਸੱਧੂ ਦੇ ਘਰ ਅੰਦਰ ਪਹੁੰਚ ਜਾਂਦੇ ਹਨ। ਜਦੋਂ ਭਾਈ ਸੱਧੂ ਦੇ ਘਰ ਵਿੱਚ ਗਏ ਤੇ ਭਾਈ ਗੁਰਦਾਸ ਦੇ ਬਚਨ ਨੇ, ਜਦੋਂ ਸਿੱਖ ਨੂੰ ਗੁਰੂ ਦਿਖ ਪੈਂਦਾ ਹੈ, ਗੁਰੂ ਦੇ ਦਰਸ਼ਨ ਹੋ ਜਾਂਦੇ ਹਨ, ਉਦੋਂ ਦਾ ਜਿਹੜਾ ਦ੍ਰਿਸ਼ ਵੱਖਰਾ ਹੋ ਜਾਂਦਾ ਹੈ। ਜੀਭਾਂ ਤੇ ਕੋਈ ਬੋਲ ਨਹੀਂ ਆਉਂਦਾ, ਰੁਮਾਵਲੀ ਖੜੀ ਹੋ ਜਾਂਦੀ ਹੈ। ਇੱਕ ਵਿਸਮਾਦ ਤੇ ਵੱਖਰਾ ਆਨੰਦ ਆਉਂਦਾ ਹੈ। ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਮਹਾਰਾਜ ਜੀ ਦੇ ਦਰਸ਼ਨ ਕੀਤੇ, ਚਰਨਾਂ ਤੇ ਮੱਥਾ ਟੇਕਿਆ, ਆਪਣੇ ਘਰ ਦੇ ਅੰਦਰ ਸੋਹਣੇ ਪਲੰਘੇ ਤੇ ਮਹਾਰਾਜ ਜੀ ਨੂੰ ਬਿਠਾਇਆ। 5 ਗੁਰੂ ਕੇ ਸਿੱਖਾਂ ਵਾਸਤੇ ਸੋਹਣੀ ਫਰਸ਼ ਵਿਛਾਈ।
ਪਹਿਲਿਆਂ ਸਮਿਆਂ ਅੰਦਰ ਫਰਸ਼ ਉਸ ਨੂੰ ਕਿਹਾ ਜਾਂਦਾ ਸੀ। ਕੱਚੀ ਜਗ੍ਹਾ 'ਤੇ ਜਦੋਂ ਗਲੀਚੇ ਵਿਛਾ ਦੇਣੇ ਉਹਨੂੰ ਫਰਸ਼ ਕਿਹਾ ਜਾਂਦਾ ਸੀ। ਰਹੋ ਵਿਚਾਰ, ਗੁਰੂ ਕੇ ਸਿੱਖ ਦੀ ਭਾਵਨਾ ਜਲ ਲੈ ਕੇ ਆਂਦਾ, ਮਹਾਰਾਜ ਜੀ ਦੇ ਚਰਨ ਧੋਤੇ, ਉਹ ਚਰਨਾਮ੍ਰਿਤ ਆਪ ਛਕਿਆ, ਘਰਵਾਲੀ ਨੂੰ ਛਕਾਇਆ, ਪਰਿਵਾਰ ਨੂੰ ਛਕਾਇਆ, ਸਾਰੇ ਵਿਹੜੇ ਅੰਦਰ ਛਿੱਟਾ ਦਿੱਤਾ। ਫਿਰ ਸਾਧ ਸੰਗਤ ਜੀ ਲੰਗਰ ਪਾਣੀ ਤਿਆਰ ਕੀਤਾ ਭਾਵਨਾ ਦੇ ਸਹਿਤ। ਮਹਾਰਾਜ ਕਿਰਪਾ ਕਰੋ, ਲੰਗਰ ਪਾਣੀ ਛਕੋ। ਸੱਚੇ ਪਾਤਸ਼ਾਹ ਲੰਗਰ ਪਾਣੀ ਛਕਦੇ ਨੇ ਸਿੱਖਾਂ ਦੇ ਸਮੇਤ। ਭਾਈ ਸੱਧੂ ਜੀ ਛਕਦੇ ਨੇ, ਘਰਵਾਲੀ ਛਕਦੀ ਹੈ। ਇੱਥੇ ਬਸ ਨਹੀਂ, ਸਾਧ ਸੰਗਤ ਜੀ ਗਰਮੀਆਂ ਦੀ ਰੁੱਤ ਹੈ, ਜੇਠ ਦਾ ਮਹੀਨਾ ਹੈ। ਭਾਈ ਸੱਧੂ ਜੀ ਕਦੀ ਪੱਖਾ ਚੱਲਦੇ ਨੇ, ਕਦੀ ਉਹਦੀ ਘਰਵਾਲੀ ਚੱਲਦੀ ਹੈ। ਬੜੀ ਭਾਵਨਾ ਹੈ। ਉਸ ਵਕਤ ਲਾਹੌਰ ਦੀ ਧਰਤੀ 'ਤੇ ਜਿਸ ਵੀ ਗੁਰੂ ਕੇ ਸਿੱਖ ਨੂੰ ਪਤਾ ਲੱਗਦਾ ਹੈ, ਸਾਧ ਸੰਗਤ ਜੀ ਟੂਲਿਆਂ ਦੇ ਟੂਲੇ, ਜਥਿਆਂ ਦੇ ਜਥੇ ਭੇਟਾਵਾਂ ਲੈ ਕੇ ਭਾਈ ਸੱਧੂ ਦੇ ਘਰ ਅੰਦਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆ ਰਹੇ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਸਿੱਖ ਸੰਗਤਾਂ ਦੇ ਸਮੇਤ ਭਾਈ ਸੱਧੂ ਜੀ ਨੂੰ ਨਿਹਾਲ ਕਰਕੇ ਲਾਹੌਰ ਦੀ ਧਰਤੀ 'ਤੇ ਹਨ। ਸਿੱਖਾਂ ਦਾ ਬਹੁਤ ਵੱਡਾ ਕਾਫਲਾ ਬਣ ਚੁੱਕਿਆ ਹੈ। ਇੰਨੇ ਸਮੇਂ ਨੂੰ ਚੰਦੂ ਪਾਪੀ ਸਿਪਾਹੀਆਂ ਦੇ ਸਮੇਤ ਆ ਰਿਹਾ ਹੈ। ਆਪਣੇ ਸਿਪਾਹੀਆਂ ਨੂੰ ਪੁੱਛਦਾ ਹੈ, ਇਹ ਕੌਣ ਹੈ? ਬੜਾ ਵੱਡਾ ਇਕੱਠ ਹੈ। ਤੇ ਨਾਲ ਕਹਿਣ ਲੱਗਾ ਕਿ ਜੇ ਕੋਈ ਅਹਿਲਕਾਰ ਹੁੰਦਾ, ਕੋਈ ਰਾਜੇ ਦੇ ਨੇੜੇ ਹੁੰਦਾ, ਕਿਸੇ ਸੂਬੇ ਦਾ ਹਾਕਮ ਹੁੰਦਾ, ਉਹਨੇ ਤੇ ਮੈਨੂੰ ਮਿਲਣਾ ਸੀ, ਮੇਰਾ ਅਦਬ ਕਰਨਾ ਸੀ, ਸਤਿਕਾਰ ਕਰਨਾ ਸੀ। ਇੱਕ ਸਿਪਾਹੀ ਨੂੰ ਭੇਜਦਾ ਹੈ ਪੁੱਛਣ ਵਾਸਤੇ, ਤੇ ਸਿਪਾਹੀ ਜਾ ਕੇ ਸਿੱਖ ਨੂੰ ਪੁੱਛਦਾ ਹੈ ਕਿ ਇਹ ਕੌਣ ਨੇ? ਬਹੁਤ ਵੱਡਾ ਇਕੱਠ ਹੈ ਜਿਨ੍ਹਾਂ ਨਾਲ। ਸਿੱਖ ਕਹਿਣ ਲੱਗੇ, ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹਨ। ਸਿਪਾਹੀ ਵਾਪਸ ਪਰਤਦਾ ਹੈ। ਚੰਦੂ ਨੂੰ ਕਹਿਣ ਲੱਗਾ ਕਿ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਹਨ। ਗਰੀਬ ਨਵਾਜ਼ ਜੀ ਦੇ ਪ੍ਰਤਾਪ ਨੂੰ ਦੇਖ ਕੇ ਸਾਧ ਸੰਗਤ ਜੀ ਸੜ ਗਿਆ ਹੈ। ਜਹਾਂਗੀਰ ਬਾਦਸ਼ਾਹ ਦੇ ਸਨਮੁਖ ਜਾਂਦਾ ਹੈ। ਹਿਰਦੇ ਦੇ ਅੰਦਰ ਈਰਖਾ ਹੈ। ਬਾਦਸ਼ਾਹ ਜੀ, ਤੁਹਾਡਾ ਉਹਨਾਂ ਨੇ ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ। ਉਹਨਾਂ ਦੇ ਪਾਸ ਧਨ ਦੀ ਕਮੀ ਨਹੀਂ, ਉਹ 2 ਲੱਖ ਰੁਪਈਆ ਵੀ ਦੇ ਦੇਣਗੇ, ਪਰ ਆਪ ਜੀ ਉਹਨਾਂ ਨੂੰ ਕਰੜੀ ਸਜ਼ਾ ਦਿਓ, ਨਹੀਂ ਤੇ ਤੁਹਾਡੇ ਰਾਜ ਨੂੰ ਖਤਰਾ ਹੋ ਸਕਦਾ ਹੈ। ਨਾਲ ਦੇ ਜਿਹੜੇ ਅਹਿਲਕਾਰ ਸਨ, ਉਹਨਾਂ ਨੂੰ ਕੁਝ ਮਾਇਆ ਚੰਦੂ ਨੇ ਦਿੱਤੀ ਹੈ। ਉਹਨਾਂ ਨੇ ਵੀ ਕਿਹਾ, ਹੈ ਰਾਜਨ, ਇਹ ਬਾਦਸ਼ਾਹ, ਚੰਦੂ ਤੁਹਾਡਾ ਭਲਾ ਚਾਹੁੰਦਾ ਹੈ, ਤੁਹਾਡੇ ਰਾਜ ਦਾ ਭਲਾ ਚਾਹੁੰਦਾ ਹੈ। ਉਸ ਵਕਤ ਜਹਾਂਗੀਰ ਨੇ ਲਾਹੌਰ ਦੀ ਧਰਤੀ 'ਤੇ ਵਜ਼ੀਰ ਖਾਨ ਨੂੰ ਹੁਕਮ ਕੀਤਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅਦਬ ਤੇ ਸਤਿਕਾਰ ਦੇ ਸਹਿ ਸਾਡੇ ਪਾਸ ਲੈ ਕੇ ਆਓ। ਵਜ਼ੀਰ ਖਾਨ ਮਹਾਰਾਜ ਜੀ ਦੇ ਪਾਸ ਜਾਂਦਾ ਹੈ, ਜਾ ਕੇ ਮੱਥਾ ਟੇਕਦਾ ਹੈ। ਇਹ ਉਹ ਵਜ਼ੀਰ ਖਾਨ ਹੈ ਜਿਹਦੇ ਸਰੀਰ ਤੇ ਜਲੋਦਰ ਦਾ ਰੋਗ ਹੋ ਗਿਆ ਸੀ। ਬੜੀਆਂ ਦਵਾਈਆਂ ਲਈਆਂ, ਪਰ ਕਿਤੋਂ ਆਰਾਮ ਨਹੀਂ ਸੀ ਆਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸੁਖਮਨੀ ਸਾਹਿਬ ਦੇ ਜਾਪ ਕੀਤੇ, ਇਹਦਾ ਰੋਗ ਦੂਰ ਹੋਇਆ ਸੀ। ਇਹ ਤੇ ਮਹਾਰਾਜ ਜੀ ਦਾ ਮੁਰੀਦ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਸੱਚੇ ਪਾਤਸ਼ਾਹ, ਚੰਦੂ ਪਾਪੀ ਤੁਹਾਡੇ ਨਾਲ ਬੜਾ ਈਰਖਾ ਕਰਦਾ ਹੈ, ਬਹੁਤ ਬਾਦਸ਼ਾਹ ਦੇ ਪਾਸ ਤੁਹਾਡੀ ਨਿੰਦਿਆ ਕਰਦਾ ਹੈ। ਆਪ ਜੀ ਕਿਰਪਾ ਕਰੋ। ਆਪ ਜੀ ਨੂੰ ਬਾਦਸ਼ਾਹ ਨੇ ਮਹਾਰਾਜ ਬੁਲਾਇਆ ਹੈ। ਦੀਨ ਦੁਨੀਆ ਦੇ ਵਾਲੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਵਜ਼ੀਰ ਖਾਨ, ਅਸੀਂ ਇਸੇ ਹੀ ਕਾਰਨ ਚੱਲ ਕਰ ਕਿੱਧਰ ਨੂੰ ਆਏ ਹਾਂ।
ਹੁਣ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ 5 ਸਿੱਖਾਂ ਦੇ ਸਮੇਤ ਨਾਲ ਵਜ਼ੀਰ ਖਾਂ ਹੈ ਬਾਦਸ਼ਾਹ ਦੇ ਸਨਮੁਖ ਜਾ ਰਹੇ ਨੇ। ਵਜ਼ੀਰ ਖਾਨ ਨੇ ਜਾ ਕੇ ਖਬਰ ਦਿੱਤੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਆ ਗਏ ਹਨ। ਬਾਦਸ਼ਾਹ ਨੇ ਆਪਣੇ ਤੋਂ ਉੱਚਾ ਪਲੰਘ ਗੁਰੂ ਨਾਨਕ ਦੀ ਗੱਦੀ ਦਾ ਅਦਬ ਤੇ ਸਤਿਕਾਰ ਕਰਦਿਆਂ ਹੋਇਆਂ ਡਾਇਆ ਹੈ। ਜਦੋਂ ਇਹ ਚੀਜ਼ ਵੇਖੀ ਹੈ, ਚੰਦੂ ਸੜ ਕੇ ਫਿਰ ਸਵਾਹ ਹੋ ਗਿਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਅੰਦਰ ਬੇਨਤੀ ਕੀਤੀ, ਮਹਾਰਾਜ ਸਾਨੂੰ ਇਹ ਦੱਸੋ ਕਿ ਇਸਲਾਮ ਧਰਮ ਚੰਗਾ ਹੈ ਜਾਂ ਹਿੰਦੂ ਧਰਮ ਚੰਗਾ ਹੈ, ਅੱਲਾ ਦਾ ਨਾਮ ਚੰਗਾ ਹੈ ਜਾਂ ਰਾਮ ਦਾ ਨਾਮ ਚੰਗਾ ਹੈ। ਇਹ ਮੇਰੇ ਮਨ ਅੰਦਰ ਸ਼ੰਕਾ ਹੈ, ਡਾਊਟ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼ਬਦ ਉਚਾਰਿਆ, ਰਾਮ ਕਲੀ ਮਹੱਲਾ ਪੰਜਵਾ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆਂ ਕੋਈ ਅਲਾਹੇ, ਕਾਰਨ ਕਰਨ ਕਰੀਮ ਕਿਰਪਾ ਤਾਰ ਰਹੀਮ। ਕੋਈ ਪੂਜੈ, ਕੋਈ ਪੂਜਾ ਕਰਦਾ ਹੈ, ਕੋਈ ਤੀਰਥ ਜਾਏ, ਕੋਈ ਤੀਰਥਾਂ ਤੇ ਜਾਂਦਾ ਹੈ। ਅਖੀਰ ਵਿੱਚ ਮਹਾਰਾਜ ਕਹਿੰਦੇ, ਬਾਦਸ਼ਾਹ ਜਹਾਂਗੀਰ ਨਾ ਤੇ ਅੱਲਾ ਦਾ ਨਾਮ ਮਾੜਾ ਹੈ, ਨਾ ਰਾਮ ਦਾ ਨਾਮ ਮਾੜਾ ਹੈ। ਕੋਈ ਉਹਨੂੰ ਕਰੀਮ ਕਹਿ ਰਹੇ ਨੇ, ਕੋਈ ਰਹੀਮ ਕਹਿ ਰਹੇ ਨੇ, ਸਾਰੇ ਉਹਦੇ ਨਾਮ ਨੇ ਤੇ ਸਾਰੇ ਨਾਮਾਂ ਕਰਕੇ ਉਹਨੂੰ ਪੁਕਾਰਿਆ ਜਾਂਦਾ ਹੈ। ਉਹ ਸ਼ੁੱਧ ਸਰੂਪ ਹੈ। ਮੁੱਕਦੀ ਗੱਲ ਹੈ, ਜਿਨਨੇ ਉਹਦੇ ਹੁਕਮ ਨੂੰ ਸਮਝ ਲਿਆ, ਉਹਦੀ ਰਜ਼ਾ ਨੂੰ ਸਮਝ ਲਿਆ, ਉਹ ਪ੍ਰਾਣੀ ਦਾ ਸੰਸਾਰ ਤੇ ਆਉਣਾ ਤੰਤਾ ਤੇ ਯੋਗ ਹੈ। ਵਾਰਤਾ ਹੋਈ, ਰਾਤ ਦਾ ਸਮਾਂ ਆਉਣ ਵਾਲਾ ਹੈ ਤੇ ਬਾਦਸ਼ਾਹ ਆਪਣੇ ਮਹੱਲਾਂ ਵਿੱਚ ਚੱਲਿਆ ਹੈ। ਚੰਦੂ ਜਿਹੜਾ ਪਾਪੀ ਬੇਨਤੀ ਕਰਦਾ ਹੈ, ਬਾਦਸ਼ਾਹ ਤੁਹਾਡਾ ਹੁਕਮ ਹੋਵੇ ਤੇ ਇਹਨਾਂ ਨੂੰ ਮੈਂ ਆਪਣੇ ਘਰ ਵਿੱਚ ਲੈ ਜਾਣਾ ਹਾਂ। ਹੁਣ ਇੱਥੋਂ ਸਾਧ ਸੰਗਤ ਜੀ, ਚੰਦੂ ਜਿਹੜਾ ਹੈ ਗੁਰੂ ਅਰਜਨ ਸਾਹਿਬ ਜੀ ਨੂੰ 5 ਗੁਰੂ ਕੇ ਸਿੱਖਾਂ ਨੂੰ ਨਾਲ ਆਪਣੇ ਘਰ ਵਿੱਚ ਲੈ ਜਾਂਦਾ ਹੈ। ਸ਼ਾਮ ਦਾ ਸਮਾਂ ਹਨੇਰਾ ਹੋ ਚੁੱਕਾ ਹੈ। ਬਾਦਸ਼ਾਹ ਮਹੱਲਾਂ ਵਿੱਚ ਚਲਾ ਗਿਆ ਹੈ ਤੇ 5 ਸਿੱਖਾਂ ਨੂੰ ਡਿਉੜੀ ਦੇ ਅੰਦਰ ਰੱਖਿਆ ਜਾਂਦਾ ਹੈ ਤੇ ਡਿਉੜੀ ਦੀ ਨਾਲ ਦੀ ਇਮਾਰਤ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਰੱਖਿਆ ਜਾਂਦਾ ਹੈ। ਅਗਲਾ ਦਿਨ ਚੜ੍ਹਦਾ ਹੈ। ਚੰਦੂ ਜਿਹੜਾ ਹੈ ਬੜਾ ਖੁਸ਼ ਹੈ ਤੇ ਅਗਲੇ ਦਿਨ ਜਿਹੜਾ ਬਾਦਸ਼ਾਹ ਇੱਥੋਂ ਕੂਚ ਕਰ ਜਾਂਦਾ ਹੈ ਤੇ ਜਹਾਂਗੀਰ ਜਦੋਂ ਤੁਰਦਾ ਹੈ ਤੇ ਚੰਦੂ ਕਹਿਣ ਲੱਗਾ, ਆਪ ਜੀ ਫਿਕਰ ਨਾ ਕਰਿਓ, ਮੈਂ ਇਹਨਾਂ ਦੇ ਪਾਸੋਂ ਟੈਕਸ ਵੀ ਲਵਾਂਗਾ। ਕਿਉਂਕਿ ਸਾਧ ਸੰਗਤ ਜੀ, ਜਹਾਂਗੀਰ ਦਾ ਵੀ ਹੱਥ ਹੈ। ਇਸਲਾਮ ਧਰਮ ਦੇ ਅਨੁਸਾਰ ਯਾਸਾ ਕਾਨੂੰਨ ਲੱਗਾ ਹੈ ਮਹਾਰਾਜ ਜੀ ਤੇ ਕਿ ਯਾਸਾ ਕਾਨੂੰਨ ਦੇ ਨਾਲ ਇਹਨਾਂ ਨੂੰ ਖਤਮ ਕੀਤਾ ਜਾਵੇ। ਦੂਜੀ ਗੱਲ, ਚੰਦੂ ਜਿਹੜਾ ਹੈ ਕਹਿਣ ਲੱਗਾ, ਆਪ ਜੀ ਚਿੰਤਾ ਨਾ ਕਰੋ, ਤੁਹਾਨੂੰ ਮੈਂ ਆਣ ਕੇ 2-4 ਦਿਨਾਂ ਦੇ ਵਿੱਚ ਮਿਲਦਾ ਹਾਂ। ਚੰਦੂ ਜਾਂਦਾ ਹੈ ਮਹਾਰਾਜ ਜੀ ਦੇ ਪਾਸ। ਸਭ ਤੋਂ ਪਹਿਲਾਂ ਆਪਣੇ ਸਿਪਾਹੀਆਂ ਨੂੰ ਹੁਕਮ ਕਰਦਾ ਹੈ ਕਿ ਇਹਨਾਂ ਨੂੰ ਪੀਣ ਵਾਸਤੇ ਪਾਣੀ ਨਾ ਦਿੱਤਾ ਜਾਵੇ। ਨੰਬਰ 2, ਇਹਨਾਂ ਨੂੰ ਛਕਣ ਵਾਸਤੇ ਭੋਜਨ ਨਾ ਦਿੱਤਾ ਜਾਵੇ। ਨੰਬਰ 3, ਇਹਨਾਂ ਨੂੰ ਸੌਣ ਨਾ ਦਿੱਤਾ ਜਾਵੇ। ਜੇ ਪਾਣੀ ਮੰਗਣ ਤੇ 1 ਲੱਖ ਰੁਪਈਆ ਲਿਓ, ਪਾਣੀ ਦੇ ਦਿਓ। ਜੇ ਭੋਜਨ ਮੰਗਣ 1 ਲੱਖ ਰੁਪਈਆ ਦਿਓ ਤੇ ਇਹਨਾਂ ਨੂੰ ਭੋਜਨ ਦੇ ਦਿਓ। ਇਸ ਤਰ੍ਹਾਂ ਕਹਿ ਕੇ ਸਾਧ ਸੰਗਤ 'ਚ ਪਹਿਲੀ ਰਾਤ 'ਤੇ ਚਲਾ ਜਾਂਦਾ ਹੈ। ਰਾਤ ਨੂੰ ਸੋਚਦਾ ਹੈ ਕਿ ਅੱਜ ਮੈਂ ਜਾਵਾਂਗਾ, ਬਹੁਤ ਕਰੜੀ ਸਜ਼ਾ ਲਾਵਾਂਗਾ। ਜੇ ਤੇ ਨਾਤੇ ਨੂੰ ਪ੍ਰਵਾਨ ਕਰਨਗੇ ਠੀਕ, ਨਹੀਂ ਤੇ ਫਿਰ ਮੌਤ। ਅਗਲਾ ਦਿਨ ਚੜ੍ਹਦਾ ਹੈ। ਫਿਰ ਮਹਾਰਾਜ ਸਾਹਿਬ ਜੀ ਦੇ ਕੋਲ ਆਉਂਦਾ ਹੈ। ਕਹਿਣ ਲੱਗਾ, ਜੇ ਕੁਝ ਵਿਗੜਿਆ ਨਹੀਂ, ਤੁਸੀਂ ਵਿਆਹ ਦੀਆਂ ਤਿਆਰੀਆਂ ਕਰੋ। ਇੱਥੇ ਹੋਰ ਕਹਿਣ ਯੋਗ ਜ਼ਿਕਰਯੋਗ ਗੱਲ ਇਹ ਹੈ ਕਿ ਇਸਨੇ ਇਹ ਵੀ ਗੱਲ ਕਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੁਹੰਮਦ ਸਾਹਿਬ ਦੀਆਂ ਵਡਿਆਈ ਦੀਆਂ 2 ਤੁਕਾਂ ਲਿਖੋ। ਮਹਾਰਾਜ ਕਹਿੰਦੇ, ਚੰਦੂ ਇਹ ਬਾਣੀ ਅਕਾਲ ਦੀ ਹੈ, ਜੋ ਉਹਦਾ ਹੁਕਮ ਹੋਇਆ ਸੀ ਉਹ ਗੱਲ ਲਿਖੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ।
ਇਹ ਸਾਡਾ ਹੁਕਮ ਨਹੀਂ, ਅਕਾਲ ਦਾ ਹੁਕਮ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਤੁਸੀਂ ਜਾਂ ਇਸਲਾਮ ਕਬੂਲ ਕਰੋ ਜਾਂ ਫਿਰ ਮੇਰੀ ਧੀ ਦਾ ਨਾਤਾ ਲਿਓ। ਤੀਸਰੀ ਗੱਲ ਸਾਧ ਸੰਗਤ ਜੀ, ਮੈਂ ਪਹਿਲਾਂ ਬੇਨਤੀ ਕੀਤੀ ਸੀ, ਜਿਹੜਾ ਕਾन्हा ਸੀ ਨਾ ਭਗਤ, ਜਿਹਦੀ ਉਮਰ ਸੀ 500 ਸਾਲ ਦੀ, ਉਹ ਚੰਦੂ ਦੇ ਤਾਏ ਦਾ ਪੁੱਤ ਸੀ। ਗਰੀਬ ਨਵਾਜ਼ ਸ਼ਾਂਤ ਨੇ, ਆਪਣੇ ਸਿਪਾਹੀਆਂ ਨੂੰ ਹੁਕਮ ਕਰਦਾ ਹੈ ਕਿ ਦੇਗਾ ਲੈ ਕੇ ਆਓ। ਦੇਗਾ ਲੈ ਕੇ ਆਂਦਾ, ਪਾਣੀ ਪਾਓ, ਪਾਣੀ ਪਾਇਆ ਗਿਆ, ਲੱਕੜਾਂ ਬਾਲ ਦਿਓ, ਅੱਗ ਬਾਲੀ ਗਈ। ਜਦੋਂ ਪਾਣੀ ਉਬਲਣ ਲੱਗ ਪਿਆ, ਕਹਿਣ ਲੱਗਾ ਇਹਨਾਂ ਨੂੰ ਪਾਣੀ ਦੇ ਵਿੱਚ ਬਿਠਾਇਆ ਜਾਵੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇਗੇ ਦੇ ਵਿੱਚ ਬੈਠ ਗਏ ਨੇ। ਇੱਥੇ ਬਸ ਨਹੀਂ, ਕਹਿਣ ਲੱਗਾ ਚੁੱਲ੍ਹੇ ਦੇ ਅੰਦਰ, ਚੁਰ ਦੇ ਅੰਦਰ ਲੱਕੜਾਂ ਹੋਰ ਡਾਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਚਨ ਯਾਦ ਕੀਤੇ ਪਿਤਾ ਗੁਰੂ ਰਾਮਦਾਸ ਜੀਆਂ ਦੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇੱਥੇ ਬਸ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਨੂੰ ਤਾਂ ਹੀ ਸ਼ਾਂਤੀ ਦੇ ਸੋਮੇ ਕਿਹਾ ਜਾਂਦਾ ਹੈ। ਕੋਈ ਪ੍ਰਮਾਤਮਾ ਤੇ ਗਿਲਵਾ ਨਹੀਂ, ਕੋਈ ਸ਼ਿਕਵਾ ਨਹੀਂ। ਪ੍ਰਭ ਕਾ ਭਾਣਾ ਲਾਗੈ ਮੀਠਾ, ਕਿ ਇਹ ਪ੍ਰਭੂ ਦਾ ਭਾਣਾ ਹੈ। ਚੰਦੂ ਨੇ ਫਿਰ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਗਰਮ ਰੇਤਾ ਕੀਤੀ ਜਾਵੇ। ਜੇਠ ਦਾ ਮਹੀਨਾ ਹੈ ਸਾਧ ਸੰਗਤ ਜੀ, ਅੱਤ ਦੀ ਲੋ ਜਿਹੜੀ ਹੈ ਵਗ ਰਹੀ ਹੈ, ਗਰਮੀ ਜਿਹੜੀ ਪੈ ਰਹੀ ਹੈ। ਇੰਨੇ ਸਮੇਂ ਨੂੰ ਭਾਈ ਪ੍ਰਾਣਾ ਜੀ ਦੌੜੇ ਨੇ। ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ, ਮੈਂ ਦਿੱਲੀ ਤੋਂ ਲਾਹੌਰ ਤੱਕ ਇੱਟ ਦੇ ਨਾਲ ਇੱਟ ਖੜਕਾ ਦੇਵਾਂਗਾ। ਚੰਦੂ ਨੇ ਕਿਹਾ, ਇਹਨਾਂ ਸਿੱਖਾਂ ਦੇ ਡਾਂਗਾ ਮਾਰੋ। ਸਿਪਾਹੀਆਂ ਨੇ ਡਾਂਗਾ ਮਾਰੀਆਂ। ਗੁਰੂ ਕੇ ਸਿੱਖ ਕਹਿੰਦੇ ਨੇ, ਸੱਚੇ ਪਾਤਸ਼ਾਹ ਤੁਹਾਨੂੰ ਆਂਚ ਨਾ ਆਵੇ, ਸਾਡੇ ਸਰੀਰ ਤੇ ਗਰਮ ਰੇਤਾ ਪਵੇ ਤੇ ਆਪ ਜੀ ਦੇ ਸਰੀਰ ਤੇ ਗਰਮ ਰੇਤਾ ਨਾ ਪਵੇ। ਸਾਡੀਆਂ ਸ਼ਹਾਦਤਾਂ ਹੋ ਜਾਣ, ਪਰ ਮਹਾਰਾਜ ਆਪ ਜੀ ਦੀ ਸ਼ਹਾਦਤ ਨਾ ਹੋਵੇ। ਸੱਚੇ ਪਾਤਸ਼ਾਹ ਕਹਿੰਦੇ, ਭਾਈ ਵਿਦਿਆ ਜੀ, ਭਾਈ ਲੰਗਾ ਜੀ, ਭਾਈ ਪ੍ਰਾਣਾ ਜੀ, ਤੁਹਾਨੂੰ ਇਹ ਸ਼ਕਤੀ ਕਿੱਥੋਂ ਮਿਲੀ? ਕਹਿਣ ਲੱਗੇ, ਮਹਾਰਾਜ ਤੁਹਾਡੀ ਸੰਗਤ ਕਰਕੇ, ਸੇਵਾ ਕਰਕੇ। ਸੱਚੇ ਪਾਤਸ਼ਾਹ ਕਹਿੰਦੇ, ਫਿਰ ਅਸੀਂ ਨਹੀਂ ਕੁਝ ਕਰ ਸਕਦੇ। ਅਜ਼ਾਰ ਸ਼ਕਤੀ ਨੂੰ ਜਰੋ, ਉਹਦੇ ਹੁਕਮ ਦੇ ਵਿੱਚ ਰਹੋ, ਰਜ਼ਾ ਦੇ ਵਿੱਚ ਰਹੋ। ਗੁਰੂ ਕੇ ਸਿੱਖਾਂ ਦੇ ਵੀ ਬੇੜੀਆਂ ਲੱਗੀਆਂ ਨੇ। ਚੰਦੂ ਪਾਪੀ ਨੇ ਸਿਪਾਹੀਆਂ ਨੂੰ ਕਿਹਾ, ਗਰਮ ਰੇਤਾ ਕਰੋ। ਗਰਮ ਰੇਤਾ ਕੀਤੀ ਗਈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੂੰ ਪੜ੍ਹੀਏ ਤੇ ਚੰਦੂ ਪਾਪੀ ਕਹਿਣ ਲੱਗਾ, ਕੜਛੇ ਚੱਕੋ ਤੇ ਇਹਨਾਂ ਦੇ ਸਰੀਰਾਂ ਦੇ ਉੱਪਰ ਕੜਛੇ ਭਰ ਭਰ ਕੇ ਰੇਤਾ ਦੇ ਪਾਈ ਚੱਲੋ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅਡੋਲ ਬੈਠੇ ਨੇ। ਗਰਮ ਰੇਤਾ ਮਹਾਰਾਜ ਜੀ ਦੇ ਸਰੀਰ ਤੇ ਪਾਈ ਗਈ। ਅੱਜ ਸ਼ਾਮ ਨੂੰ ਫਿਰ ਘਰ ਵਿੱਚ ਚਲਾ ਜਾਂਦਾ ਹੈ। ਰਾਤ ਨੂੰ ਸੋਚਦਾ ਹੈ ਕਿ ਕੱਲ ਨੂੰ ਬਹੁਤ ਵੱਡੀ ਕਰੜੀ ਸਜ਼ਾ ਦੇਵਾਂਗਾ। ਕਿਹੜੀ ਸਜ਼ਾ ਹੈ? ਉਹ ਹੈ ਤੱਤੀ ਤਵੀ ਲਾਲ ਕਰਕੇ ਉੱਪਰ ਬਿਠਾਵਾਂਗਾ। ਫਿਰ ਆਉਂਦਾ ਹੈ ਦਿਨ ਚੜ੍ਹਦਾ ਅਗਲਾ। ਕਹਿਣ ਲੱਗਾ ਕਿ ਜਿੱਥੋਂ ਤੱਕ ਜਹਾਂਗੀਰ ਦਾ ਬਾਦਸ਼ਾਹ ਦਾ ਰਾਜ ਹੈ, ਉੱਥੋਂ ਤੱਕ ਮੇਰਾ ਹੁਕਮ ਚੱਲਦਾ ਹੈ, ਕਿਉਂਕਿ ਦੀਵਾਨ ਸੀ ਨਾ। ਕਹਿਣ ਲੱਗਾ, ਜੇ ਕੁਝ ਨਹੀਂ ਵਿਗੜਿਆ ਹੈ, ਤੁਸੀਂ ਨਾਤਾ ਪ੍ਰਵਾਨ ਕਰੋ ਜਾਂ ਇਸਲਾਮ ਪ੍ਰਵਾਨ ਕਰੋ, ਨਹੀਂ ਤੇ ਤੁਹਾਡੀ ਮੌਤ ਹੈ। ਸੱਚੇ ਪਾਤਸ਼ਾਹ ਕੁਝ ਨਹੀਂ ਬੋਲੇ। ਫਿਰ ਇਸ ਪਾਪੀ ਨੇ ਸਿਪਾਹੀਆਂ ਨੂੰ ਕਿਹਾ ਕਿ ਵੱਡੀ ਚੁਰ ਦੇ ਉੱਪਰ ਵੱਡੀ ਤਵੀ ਲਿਆ ਕੇ ਰੱਖੋ। ਤਾਂਬੇ ਦੇ ਵਾਂਗ ਜਦੋਂ ਲਾਲ ਹੋ ਜਾਵੇ ਤੇ ਇਹਨਾਂ ਨੂੰ ਉੱਪਰ ਬਿਠਾ ਦਿਓ। ਸਿਪਾਹੀਆਂ ਨੇ ਉਸੇ ਤਰ੍ਹਾਂ ਕੀਤਾ। ਜਦੋਂ ਸਾਧ ਸੰਗਤ ਜੀ ਚੁਰ ਜਿਹੜੀ ਲਾਲ ਹੋ ਗਈ, ਤਵੀ ਲਾਲ ਹੋ ਗਈ, ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਉੱਠੇ ਨੇ।
उस तवी के उपर जा करके खड़ गए ने, फिर बैठ गए ने। इत्थे बस नहीं, पापी ने फिर कहा कि जिहड़ी गर्म रेता होर करो तो इन्हां दे सीस अंदर पाओ, इन्हां दे शरीर ते पाओ। इस दृश्य नूं वेख के लाहौर दीयां गलियां रोईयां ने। एक माई महाराज जी दे दर्शन करके आउंदी है, उहदे अखां दे विचों अथरू हन ते गवांढण भैन पुछदी, भैणे की होया? अगों माई कहन लगी, भैणे सुनी, मैथों दुख दी बात ना कही जावे। तत्ती तवी ते बैठा गुरु अर्जन, तत्ती रेत विच सीस दे पई जावे। लाहौर दीयां गलियां, लाहौर दीयां कंधां रोईयां ने। एक समा सी पीर मियाँ मीर ने गुरु अर्जन साहब के चरनां ते बेनती की, महाराज जदों आप जी की बाणी पढ़ते हाँ सुखमणी साहिब 8वीं ते 9वीं अष्टपदी के अंदर ब्रह्म ज्ञानी के गुणों का जिक्र किया है। ऐसा कोई महापुरख मैनू नज़र नहीं आ रहा, कृपा करके दे अर्थ करके दसो। सच्चे पातशाह गुरु अर्जन साहब जी कहते, पीर मियाँ मीर एक समा आवेगा, इन्हां अष्टपदियां दे अखरी अर्थ प्रैक्टिकल रूप दे अंदर हुंदे होणगे, तैनूं खुदा साडे पास लैके आवेगा। पीर मियाँ मीर नूं पता लगता है, लाहौर की धरती ते पहुँचता है जिथे सच्चे पातशाह महाराज जियां नूं तसीहे दिते जा रहे हैं। जदों पीर मियाँ मीर पहुँचता है, गुरु अर्जन साहब महाराज जी का चौंकड़ा वज्या होया है। शरीर ते बड़े छाले हो चुके हैं, नेत्र बंद ने, परमात्मा के गीत गा रहे हैं। पीर मियाँ मीर जदों वेखदा है, साध संगत जी पुब्बा मार के रोन लग पैंदा है, धरती ते सजदा करदा है। उथे एक विद्वान दे बोल हैं, चारों पासों अग वरसे, जेठ दा महीना, तत्ती तवी गर्म रेता, चारों पासों अग वरसे, सेक सी तन साड़दा, छाले छाले जुसा हो गया सच्ची सरकार दा। तक कहा पीर मियाँ मीर, छोड़ो प्रीति चाम से, क्या हुआ तन तप रहा हम शांत हैं हर नाम से। साडा शरीर ना वेखो, साडा जिहड़ा अंदरला टका है वो वाहिगुरू की भगती करके बड़ा शांत है, बड़ा ठंडा है। पीर मियाँ मीर कहन लगा, महाराज मैनू हुक्म दिओ, मैं इसे इस्लाम राज नू खत्म कर देवांगा। सच्चे पातशाह कहते, पीर जी नहीं, जो काल का हुक्म है उहदे हुक्म दे विच रहना करिए। खुदा दे चरणां अंदर बेनती करियो, साडा यह प्रण अखीरले सवासां तक निभ जावे। गरीब नवाज सच्चे पातशाह के दर्शन करके ये जिहड़ा पीर है चला जाता है। चंदू फिर आउंदा है, कह लगा अजे भी नाता प्रवान करो, जे तुसी ना मन्ने। फिर मन अंदर विचारदा है कि धर्मी बड़े हैं, अपने धर्म तो कदी बेमुख नहीं होणगे। अपने सिपाहियां नूं सुणाउंदा है कि कल नूं फलाने घर दे विचों गां दा मांस लैके आयो, उस मांस दे अंदर इन्हां दे शरीर नूं चकड़ करके धुप्पे रख देवांगे, जिवें जिवें मांस सुकेगा तिवें तिवें दुखी होणगे, इन्हां दे प्राण निकलणगे। इस तरह कह के साध संगत जी चला जाता है। अज रात नूं जिहड़ी चंदू दी नौं है, एक सिख दी धी है, महाराज जी दे वास्ते मिठा जल लैके आउंदी है, भोजन लैके आउंदी है, सिपाहियां नूं गहणियां दी वड्डी दे के महाराज जी दे चरनां ते आउंदी, सच्चे पातशाह मैं तुहाडे सिख दी धी हाँ, पर इन्हां पापियां दे घर अंदर विआही गई हाँ। मैनू चंदू दी नौ ना समझो, मैनू अपनी धी समझो। आप जी ये जल पानी छको, आप जी भोजन छको।
ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਸੀਂ ਪ੍ਰਣ ਕਰ ਚੁੱਕੇ ਹਾਂ, ਇਸ ਪਾਪੀ ਦੇ ਘਰ ਦਾ ਖਾਣਾ ਕੁਝ ਨਹੀਂ। ਧੀਏ, ਤੇਰੀ ਭੇਟਾ ਪ੍ਰਵਾਨ ਹੈ, ਜੋ ਤੂੰ ਲੈ ਕੇ ਆਈ ਹੈ। ਸਮਾਂ ਆਵੇਗਾ ਸਾਡੇ ਇਹ ਸ਼ਹਾਦਤ ਵਾਲੇ ਦਿਨ ਥਾਂ ਥਾਂ ਤੇ ਛਬੀਲਾਂ ਲੱਗਿਆ ਕਰਨਗੀਆਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਉਸ ਬੱਚੀ ਨੇ, ਚੰਦੂ ਦੀ ਨੌਂ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਆਪ ਜੀ ਦੇ ਤਸੀਹੇ ਝੱਲੇ ਨਹੀਂ ਜਾਂਦੇ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਸਰੀਰ ਛੱਡਾਂਗੇ, ਤੁਹਾਡਾ ਵੀ ਜਿਹੜਾ ਸਰੀਰ ਸ਼ਾਂਤ ਹੋ ਜਾਵੇਗਾ, ਤੁਹਾਨੂੰ ਸੱਚਖੰਡ ਦੀ ਪ੍ਰਾਪਤੀ ਹੋਵੇਗੀ। ਚੰਦੂ ਦੀ ਜਿਹੜੀ ਨੌਂ ਸੀ, ਸਿੱਖ ਦੀ ਬੱਚੀ, ਮੱਥਾ ਟੇਕ ਕੇ ਦਰਸ਼ਨ ਕਰਕੇ ਚਲੀ ਜਾਂਦੀ ਹੈ, ਬਹੁਤ ਵੈਰਾਗ ਦੇ ਵਿੱਚ ਹੈ, ਕਿਉਂਕਿ ਜਿਹਦੇ ਨਾਲ ਗੁਰੂ ਦਾ ਪ੍ਰੇਮ ਹੋਵੇ ਸਿੱਖ ਦੇ ਅੰਦਰ, ਮਾਈ ਭਾਈ ਦੇ ਅੰਦਰ, ਉਹਦੇ ਅੰਦਰ ਵੈਰਾਗ ਤੇ ਪੈਦਾ ਹੋਣਾ ਹੀ ਹੈ। ਅਗਲਾ ਦਿਨ ਚੜ੍ਹਦਾ ਹੈ, ਚੰਦੂ ਪਾਪੀ ਫੇਰ ਆਉਂਦਾ ਹੈ, ਕਹਿਣ ਲੱਗਾ ਕਿ ਅੱਜ ਤੇ ਤੁਹਾਨੂੰ ਚਮੜੇ ਦੇ ਅੰਦਰ, ਗਾਂ ਦੇ ਮਾਸ ਅੰਦਰ ਅਸੀਂ ਬੰਨ੍ਹ ਦੇਣਾ ਹੈ। ਫਿਰ ਕਹਿਣ ਲੱਗਾ ਤੁਹਾਡੀ ਕੋਈ ਅਖੀਰਲੀ ਇੱਛਾ ਹੋਵੇ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਇਸ਼ਨਾਨ ਕਰਨਾ ਹੈ। ਹੁਣ ਸਰੀਰ ਤੇ ਬੜੇ ਛਾਲੇ ਹਨ। ਚੰਦੂ ਬੜਾ ਖੁਸ਼ ਹੋਇਆ ਕਿ ਸ਼ਾਇਦ ਇਸ਼ਨਾਨ ਕਰਨਗੇ, ਸ਼ਾਇਦ ਡਰ ਗਏ ਹੋਣਗੇ, ਸ਼ਾਇਦ ਇਹ ਨਾਤਾ ਪ੍ਰਵਾਨ ਕਰ ਲੈਣ। ਸਿਪਾਹੀਆਂ ਨੂੰ ਕਿਹਾ ਕਿ ਤਕੜਾ ਪਹਿਰਾ ਲਾਇਓ, ਇਹਨਾਂ ਦਾ ਰਾਵੀ ਅੰਦਰ ਇਸ਼ਨਾਨ ਕਰਾ ਕੇ ਲਿਆਓ। 5 ਸਿੱਖ ਨਾਲ ਲਏ ਨੇ, ਮਹਾਰਾਜ ਜੀ ਨੂੰ ਮੂਹਰੇ ਕੀਤਾ, ਚਾਰੇ ਪਾਸੇ ਸਿਪਾਹੀ ਹਨ। ਰਾਵੀ ਦੇ ਜਦੋਂ ਕੰਢੇ ਤੇ ਪਹੁੰਚੇ ਹਨ, ਮਹਾਰਾਜ ਜੀ ਨੇ ਇਸ਼ਨਾਨ ਕੀਤਾ। ਇਸ਼ਨਾਨ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਹੈ। ਨਾਲ ਸਿੱਖਾਂ ਨੇ ਇਸ਼ਨਾਨ ਕੀਤਾ, ਜਪਜੀ ਸਾਹਿਬ ਦੇ ਪਾਠ ਨੂੰ ਸੁਣ ਰਹੇ ਨੇ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਪਾਠ ਤੋਂ ਬਾਅਦ ਸਿੱਖਾਂ ਨੂੰ ਹੁਕਮ ਕੀਤਾ ਕਿ ਸਾਡਾ ਜਾ ਕੇ ਸੁਨੇਹਾ ਲਾਇਓ ਗੁਰੂ ਹਰਗੋਬਿੰਦ ਮਹਾਰਾਜ ਨੂੰ, ਕਿ ਉਹ ਤਖਤ ਤੇ ਬੈਠ ਕੇ ਵੱਧ ਤੋਂ ਵੱਧ ਸੂਰਮੇ ਭਰਤੀ ਕਰਨ, ਸ਼ਸਤਰ ਵਿਦਿਆ ਦੇ ਵਿੱਚ ਮਾਹਰ ਬਣਾਉਣ ਅਤੇ ਇਸ ਪਾਪੀ ਦੇ ਪਾਸੋਂ ਬਦਲਾ ਲੈਣ। ਕਿਸੇ ਪਰਿਵਾਰ ਨੇ ਸ਼ੋਕ ਨਹੀਂ ਕਰਨਾ, ਦੁੱਖ ਨਹੀਂ ਮਨਾਉਣਾ, ਉਹਦੇ ਭਾਣੇ ਵਿੱਚ ਰਹਿਣਾ ਹੈ। ਸਾਡਾ ਇਹ ਸੁਨੇਹਾ ਦਿਓ। ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ। ਮਹਾਰਾਜ ਜੀ ਨੇ ਆਪਣੇ 5 ਭੌਤਿਕ ਸਰੀਰ ਨੂੰ ਤਿਆਗ ਦਿੱਤਾ ਹੈ। ਇੱਕ ਰਬਾਬੀ ਸਿੱਖ ਆਉਂਦਾ ਹੈ, ਉਹ ਵੈਰਾਗਮਈ ਸ਼ਬਦਾਂ ਦਾ ਕੀਰਤਨ ਕਰਦਾ ਹੈ। ਇਸ ਤਰ੍ਹਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਆਪਣਾ ਜਿਹੜਾ 5 ਭੌਤਿਕ ਸਰੀਰ ਹੈ, ਉਹ ਸਾਧ ਸੰਗਤ ਜੀ ਰਾਵੀ ਦਰਿਆ ਦੇ ਅੰਦਰ ਛੱਡ ਦਿੱਤਾ ਹੈ। ਇਸ ਤਰ੍ਹਾਂ ਗਰੀਬ ਨਵਾਜ਼ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ। ਤਾਈਓ ਭੱਟਾ ਨੇ ਜ਼ਿਕਰ ਕੀਤਾ ਹੈ ਕਿ ਸੱਚੇ ਪਾਤਸ਼ਾਹ ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸਿਵ ਜੋਗ ਕਰੀ, ਫੁਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾਡਿਓ ਏਕ ਕਰੀ, ਮਥਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗਤਾਰਨ ਕਉ, ਗੁਰ ਜੋਤ ਅਰਜੁਨ ਮਾਹੇ ਪਰੀ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪਹਿ, ਅਸੁਰ ਗਏ ਤੇ ਪਾਗ ਪਾਪ ਤਿਨ ਪੀਤਰ ਕੰਪਹਿ, ਕਾਟੇ ਸੋ ਪਾਪ ਤਿਨ ਨਿਰਹੁ ਕੇ, ਰਾਮਦਾਸ ਗੁਰ ਜਿਨ ਪਾਇਓ, ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕਉ ਦੇ ਆਇਓ। ਫਿਰ ਭੱਟਾ ਨੇ ਜ਼ਿਕਰ ਕੀਤਾ ਹੈ, ਜਬ ਲਓ ਨਹੀਂ ਪਾਗ ਲਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁਤ ਆਇਓ, ਕੁਲਕੋਰ ਸਮੁੰਦਰ ਮੈਂ ਬੂਡਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ ਜਗਤਾਰਨ ਕਉ ਅਵਤਾਰ ਬਨਾਇਓ, ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਪਰ ਸਾਹਿਬਾਨ ਕਹਿੰਦੇ ਜਿਨ੍ਹਾਂ ਨੇ ਪ੍ਰਤੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਮ ਨੂੰ ਜਪਿਆ ਹੈ, ਉਹ ਕਦੀ ਦੁਨੀਆ ਦੇ ਵਿੱਚ ਨਹੀਂ ਆਉਣਗੇ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ, ਜੋ ਬਹੁਤ ਵੱਡੀ ਸ਼ਹਾਦਤ ਹੈ। ਤਾਈਓ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ। ਰਹੋ ਵਿਚਾਰ,
ਜੋ ਲੜੀਵਾਰ ਧੁਰ ਕੀ ਗੁਰਬਾਣੀ ਦੀ ਕਥਾ ਆਰੰਭ ਹੈ। ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾ। ਆਸਾ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ। ਮਨ ਤ੍ਰਿਪਤਾਨੋ ਮਿਟੇ ਜੰਜਾਲ। ਗਰੀਬ ਨਵਾਜ ਕਹਿੰਦੇ ਭਾਈ ਜਿਨ੍ਹਾਂ ਗੁਰਸਿੱਖਾਂ ਦਾ ਮਨ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਕੇ ਆਨੰਦ ਵਿੱਚ ਆਇਆ ਹੈ, ਖੇੜੇ ਵਿੱਚ ਆਇਆ ਹੈ, ਉਹਨਾਂ ਗੁਰਸਿੱਖਾਂ ਦਾ, ਮਹਾਂਪੁਰਖਾਂ ਦਾ ਦੁਨੀਆ ਦੇ ਪਦਾਰਥਾਂ ਤੋਂ ਮਨ ਰੱਜ ਜਾਂਦਾ ਹੈ। ਮਿਟੇ ਜੰਜਾਲ, ਉਹਨਾਂ ਦੇ ਸਾਰੇ ਜੰਜਾਲ ਜਨਮ ਤੇ ਮਰਨ ਰੂਪੀ ਖਤਮ ਹੋ ਜਾਂਦੇ ਹਨ। ਹੰਗਤਾ ਮਮਤਾ ਖਤਮ ਹੋ ਜਾਂਦੀ ਹੈ। ਪ੍ਰਭ ਆਪਣਾ ਹੋਇਆ ਕਿਰਪਾਲ। ਉਹ ਤੇ ਆਖਦੇ ਨੇ ਸਾਡੇ ਤੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲੂ ਹੋ ਗਏ ਹਨ, ਬੜੇ ਦਿਆਲੂ ਹੋ ਗਏ ਹਨ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਿਆਲ ਨਾ ਕਬਹੂ ਚੂਰੀ ਹੈ। ਸਤਿਗੁਰੂ ਜੀ ਸਾਡੇ ਤੇ ਦਿਆਲੂ ਹੋਏ ਨੇ, ਸਾਡੀ ਇੱਛਾ ਵੀ ਪੂਰੀ ਹੋ ਗਈ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ। ਸੰਤ ਪ੍ਰਸਾਦ ਭਲੀ ਬਣੀ। ਰੱਬ ਦੇ ਪਿਆਰਿਆਂ ਦੀ ਕਿਰਪਾ ਦੇ ਸਦਕਾ, ਗੁਰੂ ਦੀ ਕਿਰਪਾ ਦੇ ਸਦਕਾ ਹੁਣ ਤੇ ਬਹੁਤ ਭਲੀ ਪ੍ਰਕਾਰ ਵਾਹਿਗੁਰੂ ਦੀ ਬੰਦਗੀ ਕਰਨੀ ਬਣ ਆਈ ਹੈ। ਜਾ ਕੈ ਗ੍ਰਹਿ ਸਭ ਕਿਛ ਹੈ ਪੂਰਨ, ਭੇਟਿਆ ਨਿਰਭੈ ਧਨੀ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਅੰਦਰ ਸਾਧ ਸੰਗਤ ਜੀ ਸਾਰੇ ਪਦਾਰਥ ਹਨ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਉਹਦੇ ਘਰ ਅੰਦਰ ਕਿਸੇ ਪਦਾਰਥ ਦੀ ਕਮੀ ਨਹੀਂ। ਧਰਮ, ਅਰਥ, ਕਾਮ, ਮੋਖ ਕਾ ਦਾਤਾ। ਇੱਥੇ ਮੁਕਤੀ ਵੀ ਮਿਲਦੀ ਹੈ, ਇੱਥੇ ਪਦਾਰਥ ਵੀ ਮਿਲਦੇ ਨੇ, ਇੱਥੇ ਸੁੱਖ ਵੀ ਮਿਲਦੇ ਨੇ, ਇੱਥੇ ਰਾਜ ਭਾਗ ਵੀ ਮਿਲਦੇ ਨੇ। ਇੱਥੇ ਆਣ ਕਰਕੇ ਪੁੱਤ ਵੀ ਮਿਲਦਾ ਹੈ, ਦੁੱਧ ਵੀ ਮਿਲਦਾ ਹੈ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਅੰਦਰ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਦੋਹ ਪੁਰਖ ਬਿਦਾਤੇ ਤਾਤੂ ਸੋਹਿਆ। ਇਸ ਧਰਤੀ ਤੇ ਸੁਭਾਏਮਾਨ ਨੇ। ਬਾਬਾ ਬੁੱਢਾ ਸਾਹਿਬ, ਭਾਈ ਬਹਿਲੋ ਜੀ, ਗੁਰੂ ਰਾਮਦਾਸ ਸਾਧ ਸੰਗਤ ਜੀ ਲੰਗਰਾਂ ਦੇ ਵਿੱਚ ਆਏ ਨੇ। ਕੀ ਵੇਖਦੇ ਹਨ? ਲੱਕੜਾਂ ਬੜੀਆਂ ਘੱਟ ਨੇ, ਝੜੀ ਲੱਗੀ ਹੋਈ ਹੈ। ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਪ ਜੀ ਸੰਗਤਾਂ ਨੂੰ ਹੁਕਮ ਕਰੋ, ਲੱਕੜਾਂ ਦੀ ਬੜੀ ਕਮੀ ਆ ਰਹੀ ਹੈ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਚਿੰਤਾ ਨਾ ਕਰੋ, ਇਹ ਪਰਮੇਸ਼ਰ ਦਾ ਘਰ ਹੈ, ਪੁਰਖਾਂ ਦਾ ਘਰ ਹੈ। ਆਪੇ ਉਸ ਅਕਾਲ ਪੁਰਖ ਨੇ ਆਪਣੇ ਸੇਵਾਦਾਰ ਭੇਜ ਦੇਣੇ ਨੇ। ਜਦੋਂ ਸਾਧ ਸੰਗਤ ਜੀ ਇਸ ਗੱਲ ਦਾ ਪਤਾ ਭਾਈ ਸਾਲੋ ਨੂੰ ਲੱਗਦਾ ਹੈ, ਝੜੀ ਲੱਗੀ ਹੋਈ ਹੈ, ਆਪਣੀ ਵਿਚਾਰ ਸੀ ਕਿ ਅਕਾਲ ਪੁਰਖ ਦੇ ਘਰ ਅੰਦਰ ਸਾਰੇ ਪਦਾਰਥ ਹਨ। ਧਰਮ, ਅਰਥ, ਕਾਮ, ਮੋਖ ਕਾ ਦਾਤਾ। ਭਾਈ ਸਾਲੋ ਨੇ ਉਹਨਾਂ ਸਮਿਆਂ ਅੰਦਰ ਗੱਡੇ ਹੋਇਆ ਕਰਦੇ ਸਨ, ਗੱਡੇ ਜੋੜ ਲਿਆ। ਉੱਚੀ ਉੱਚੀ ਹੁੱਕਾ ਦਿੰਦਾ ਹੈ, ਜਿਹਨੂੰ ਦੁੱਧ ਦੀ ਲੋੜ ਹੈ, ਪੁੱਤ ਦੀ ਲੋੜ ਹੈ, ਦੁਨੀਆ ਦੇ ਸੁੱਖਾਂ ਦੀ ਲੋੜ ਹੈ, ਉਹ ਗੁਰੂ ਰਾਮਦਾਸ ਦੇ ਲੰਗਰਾਂ ਵਾਸਤੇ ਲੱਕੜਾਂ ਦਵੇ, ਪਾਥੀਆਂ ਦਵੇ। ਸਾਧ ਸੰਗਤ ਜੀ ਬਹੁਤ ਵੱਡੇ ਵੱਡੇ ਅੰਬਾਰ ਲੱਗ ਗਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਲੰਗਰਾਂ ਵਿੱਚ ਜਾਂਦੇ ਨੇ ਤੇ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ, ਤੁਸੀਂ ਕਹਿੰਦੇ ਸੀ ਲੱਕੜਾਂ ਘੱਟ ਹੋ, ਲੱਕੜਾਂ ਤੇ ਬਹੁਤ ਆ ਗਈਆਂ ਨੇ। ਕਿਸੇ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਇਹਨਾਂ ਲੱਕੜਾਂ ਦੇ ਵੱਟੇ, ਇਹਨਾਂ ਪਾਥੀਆਂ ਦੇ ਵੱਟੇ ਭਾਈ ਸਾਲੋ ਨੇ ਪੁੱਤ ਵੰਡੇ ਹਨ, ਦੁਨੀਆ ਦੇ ਪਦਾਰਥ ਵੰਡੇ ਹਨ, ਆਪ ਜੀ ਦਾ ਨਾਮ ਲੈ ਕੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਭਾਈ ਸਾਲੋ ਨੂੰ ਆਵਾਜ਼ ਮਾਰੋ। ਬੜੇ ਸਿੱਖ ਬੈਠੇ ਨੇ ਤੇ ਜਿਨ੍ਹਾਂ ਨੇ ਮਹਾਰਾਜ ਨੂੰ ਕਿਹਾ ਸੀ ਬੜੇ ਖੁਸ਼ ਨੇ ਕਿ ਮਹਾਰਾਜ ਭਾਈ ਸਾਲੋ ਨੂੰ ਗਰਮ ਹੋਣਗੇ।
ਭਾਈ ਸਾਲੋ ਆਏ, ਗਲ ਵਿੱਚ ਪੱਲਾ ਪਾਇਆ, ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਰਾਮਦਾਸ ਤੇਰੇ ਘਰ ਦੇ ਕੁੱਕਰ ਵਾਸਤੇ, ਨਿਮਾਣੇ ਵਾਸਤੇ ਕੀ ਹੁਕਮ ਹੈ? ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਾਲੋ ਅਸੀਂ ਸੁਣਿਆ ਤੁਸੀਂ ਲੱਕੜਾਂ ਦੇ ਵੱਟੇ ਪੁੱਤ ਵੰਡ ਕੇ ਆਏ ਹੋ, ਦੁਨੀਆ ਦੇ ਸੁੱਖ ਵੰਡ ਕੇ ਆਏ ਹੋ, ਦੁੱਧ ਵੰਡ ਕੇ ਆਏ ਹੋ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਤੇਰੇ ਦਰ ਤੇ ਵਿਸ਼ਵਾਸ ਹੈ ਕਿ ਜਿਹੜਾ ਇੱਥੇ ਆਣ ਕੇ ਸੇਵਾ ਕਰਦਾ ਉਹਨੂੰ ਦੁੱਧ ਵੀ ਮਿਲਦਾ ਹੈ, ਪੁੱਤ ਵੀ ਮਿਲਦਾ ਹੈ, ਮੈਨੂੰ ਵਿਸ਼ਵਾਸ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਭਾਈ ਸਾਲੋ ਤੇ। ਕਹਿਣ ਲੱਗੇ, ਤੇਰੀ ਸੇਵਾ ਪ੍ਰਵਾਨ ਹੈ। ਅੱਜ ਵੀ ਸਾਧ ਸੰਗਤ ਜਿਹਦੇ ਘਰ ਅੰਦਰ ਪੁੱਤਰ ਨਹੀਂ ਨਾ ਹੁੰਦਾ, ਉਹ ਜਾ ਕੇ ਭਾਈ ਸਾਲੋ ਦੇ ਸਥਾਨ ਤੇ ਪਾਥੀਆਂ ਚੜਾਉਂਦੇ ਨੇ, ਉਹਦੇ ਘਰ ਅੰਦਰ ਪੁੱਤਰ ਹੋ ਜਾਂਦਾ ਹੈ। ਇਹ ਗੁਰੂ ਨਾਨਕ ਦੇ ਘਰ ਦੀਆਂ ਬਰਕਤਾਂ ਨੇ, ਭਾਵਨਾ ਨੇ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ। ਤੇ ਗਰੀਬ ਨਵਾਜ ਕਿਰਪਾ ਕਰਦੇ ਨੇ, ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ। ਜਿਸ ਘਰ ਦੇ ਅੰਦਰ ਸਭ ਕੁਝ ਹੈ, ਕਿਸੇ ਪਦਾਰਥ ਦੀ ਕਮੀ ਨਹੀਂ ਹੈ, ਸੋ ਭੇਟਿਆ ਨਿਰਭੈ ਧਨੀ। ਉਹ ਨਿਰਭੈ ਡਰ ਤੋਂ ਰਹਿਤ ਹੈ। ਧਨੀ ਉਹ ਮਾਲਕ ਹੈ, ਤਨਾੜ ਹੈ। ਜਦੋਂ ਐਸਾ ਪਰਮਾਤਮਾ ਮਿਲ ਜਾਂਦਾ ਹੈ, ਸਭੇ ਇੱਛਾ ਪਾਈਆ ਜਾ ਪਾਇਆ ਅਗਮ ਪਾਰਾ। ਇਹ ਵੀ ਨਾਮ ਵੀ ਪਰਮਾਤਮਾ ਦਾ ਹੈ, ਜਿੱਥੇ ਮਨ ਦੀ ਗਮਤਾ ਨਹੀਂ, ਅਗਮ ਅਪਾਰ ਹੈ। ਐਸੇ ਪਰਮਾਤਮਾ ਨੂੰ ਮਿਲਣ ਕਰਕੇ ਦੁਨੀਆ ਦੇ ਸਾਰੇ ਪਦਾਰਥ ਮਿਲ ਜਾਂਦੇ ਹਨ। ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਨਾਮ ਦ੍ਰਿੜਾਇਆ ਸਾਧ ਕਿਰਪਾਲ। ਜਦੋਂ ਕਹਿੰਦੇ ਸਾਧੂਆਂ ਦੀ ਕਿਰਪਾ ਹੋ ਜਾਂਦੀ ਹੈ, ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਦੋਂ ਫਿਰ ਸਿੱਖ ਦੇ ਹਿਰਦੇ ਵਿੱਚ ਨਾਮ ਜਿਹੜਾ ਹੈ ਮਹਾਰਾਜ ਦ੍ਰਿੜ ਕਰਵਾ ਦਿੰਦੇ ਨੇ। ਐਸੀ ਕਿਰਪਾ ਕਰਦੇ ਨੇ, ਬਿਘਨ ਵਿਨਾਸਨ ਸਭ ਦੁੱਖ ਨਾਸਨ। ਸਾਰੇ ਬਿਘਨ ਖਤਮ ਹੋ ਜਾਂਦੇ ਨੇ, ਸਾਰੇ ਦੁੱਖ ਖਤਮ ਹੋ ਜਾਂਦੇ ਨੇ। ਕਦੋਂ? ਸਤਿਗੁਰ ਨਾਮ ਦ੍ਰਿੜਾਇਆ। ਨਾਮ ਦ੍ਰਿੜਾਇਆ ਸਾਧ ਕਿਰਪਾਲ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਉਦੋਂ ਫਿਰ ਮਹਾਰਾਜ ਨਾਮ ਨੂੰ ਦ੍ਰਿੜ ਕਰਵਾ ਦਿੰਦੇ ਹਨ। ਮਿਟ ਗਈ ਭੂਖ ਮਹਾ ਬਿਕਰਾਲ। ਉਦੋਂ ਫਿਰ ਤਮਾਮ ਜਿਹੜੀ ਭੁੱਖ ਹੈ, ਚਾਹੇ ਉਹ ਰਾਜ ਭਾਗ ਦੀ ਹੈ, ਦੁਨੀਆ ਦੇ ਪਦਾਰਥਾਂ ਦੀ ਹੈ, ਉਹ ਖਤਮ ਹੋ ਜਾਂਦੀ ਹੈ। ਨਹੀਂ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਜ਼ਿਕਰ ਕਰਦੇ ਨੇ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਪਾਰ। ਗਰੀਬ ਨਵਾਜ ਕਹਿੰਦੇ, ਭਾਵੇਂ ਬੇਅੰਤ ਪ੍ਰਾਣੀ ਦੇ ਪਾਸ ਪਦਾਰਥ ਹੋਣ, ਪਰ ਭੁੱਖ ਜਿਹੜੀ ਹੈ ਖਤਮ ਨਹੀਂ ਹੁੰਦੀ। ਜੇ ਬੰਨਾ ਪੁਰੀਆ ਪਾਰ, ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਰਹੋ ਵਿਚਾਰ। ਗਰੀਬ ਨਵਾਜ ਕਿਰਪਾ ਕਰਦੇ ਨੇ, ਮਿਟ ਗਈ ਭੂਖ। ਤਮਾਮ ਜਿਹੜੀਆਂ ਭੁੱਖਾਂ ਨੇ ਖਤਮ ਹੋ ਜਾਂਦੀਆਂ ਨੇ। ਮਹਾ ਵਿਕਰਾਲ, ਜਿਹੜੀਆਂ ਭੁੱਖਾਂ ਬੜੀਆਂ ਹੀ ਵਿਕਰਾਲ ਨੇ, ਭਿਆਨਕ ਹਨ। ਠਾਕੁਰ ਆਪਣੇ ਕੀਨੀ ਦਾਤ। ਉਹ ਗੁਰਸਿੱਖ ਕਹਿੰਦੇ ਨੇ, ਸਾਡੇ ਤੇ ਸਾਡੇ ਸੁਆਮੀ ਨੇ, ਮਾਲਕ ਨੇ, ਪਰਮਾਤਮਾ ਨੇ ਕਿਰਪਾ ਕੀਤੀ ਹੈ। ਹੁਣ ਕਿਸੇ ਪ੍ਰਕਾਰ ਦੀ ਕੋਈ ਭੁੱਖ ਨਹੀਂ, ਕਿਸੇ ਪ੍ਰਕਾਰ ਦੇ ਰਾਜ ਭਾਗ ਦੀ ਕੋਈ ਇੱਛਾ ਨਹੀਂ ਹੈ। ਜਲਨ ਬੁਝੀ ਮਨ ਹੋਈ ਸ਼ਾਂਤ। ਤਮਾਮ ਜਿਹੜੀ ਤ੍ਰਿਸ਼ਨਾ ਸੀ ਉਹ ਖਤਮ ਹੋ ਗਈ ਹੈ। ਮਨ ਹੋਈ ਸ਼ਾਂਤ, ਮਨ ਨੂੰ ਸ਼ਾਂਤੀ ਮਿਲ ਗਈ ਹੈ। ਤਪਤ ਮਾਹੇ ਠੰਡ ਵਰਤਾਈ, ਅਨੰਦ ਭਇਆ ਦੁੱਖ ਨਾਠੇ ਪਾਈ। ਹਿਰਦਾ ਜਿਹੜਾ ਤਪ ਰਿਹਾ ਸੀ ਉਹ ਠੰਡਾ ਹੋ ਗਿਆ, ਸਾਰੇ ਦੁੱਖ ਦੂਰ ਹੋ ਗਏ। ਮਿਟ ਗਈ ਭਾਲ ਮਨ ਸਹਿਜ ਸਮਾਨਾ। ਭਲੀ ਪ੍ਰਕਾਰ ਜਿਹੜੀ ਚਿੰਤਾ ਸੀ ਉਹ ਖਤਮ ਹੋ ਗਈ। ਮਨ ਜਿਹੜਾ ਹੈ ਉਹ ਸਹਿਜ ਅਵਸਥਾ ਵਿੱਚ ਚਲਾ ਗਿਆ, ਸ਼ਾਂਤੀ ਦੇ ਵਿੱਚ ਚਲਾ ਗਿਆ। ਸ਼ਾਂਤੀ ਇੱਕ ਐਸੀ ਚੀਜ਼ ਹੈ ਸਾਧ ਸੰਗਤ ਜੀ, ਜਿਹਨੂੰ ਪ੍ਰਾਪਤ ਕਰਨ ਵਾਸਤੇ ਯੋਗੀਆਂ ਨੇ ਘਰ-ਬਾਰ ਛੱਡ ਦਿੱਤੇ, ਪਰ ਉਹ ਜਿਹੜੀ ਸਹਿਜ ਅਵਸਥਾ ਹੈ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ, ਮਿਲਦੀ ਹੈ। ਠਾਕੁਰ ਪਾਇਆ ਨਾਮ ਖਜ਼ਾਨਾ। ਤੇ ਗਰੀਬ ਨਵਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਗੁਰਸਿੱਖਾਂ ਨੇ ਨਾਮ ਰੂਪੀ ਖਜ਼ਾਨੇ ਦੀ ਪ੍ਰਾਪਤੀ ਕੀਤੀ ਹੈ। ਇਹ ਐਸਾ ਖਜ਼ਾਨਾ ਹੈ ਜੋ ਕਦੀ ਮੁੱਕਣ ਵਾਲਾ ਨਹੀਂ ਹੈ। ਮਹਾਰਾਜ ਕਹਿੰਦੇ, ਖਾਵੋ ਹੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਕਦੀ ਸੁਣਿਆ ਕਿ ਫਲਾਨਾ ਮਹਾਤਮਾ ਬੰਦਗੀ ਕਰ ਰਿਹਾ ਸੀ, ਨਾਮ ਮੁੱਕ ਗਿਆ। ਗੁਰੂ ਕੀ ਸੰਗਤ ਬਾਣੀ ਪੜ ਰਹੀ ਸੀ, ਬਾਣੀ ਮੁੱਕ ਗਈ, ਨਾਮ ਮੁੱਕ ਗਿਆ। ਨਹੀਂ ਭਾਈ, ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਇਹੋ ਧਨ ਅਖੁੱਟ, ਇਹ ਨਾਮ ਰੂਪੀ ਧਨ ਅਖੁੱਟਿਆ ਜੋ ਕਦੀ ਮੁੱਕਣ ਵਾਲਾ ਨਹੀਂ।
ਇਹੋ ਧਨ ਅਖੁੱਟ ਨਾਨਕ ਖੁੱਟੈ ਜਾਏ, ਪੂਰੇ ਸਤਿਗੁਰ ਦੀਆ ਬੁਝਾਏ। ਪੂਰੇ ਸਤਿਗੁਰੂ ਜੀ ਜਦੋਂ ਸਮਝਾਉਂਦੇ ਹਨ ਉਦੋਂ ਫਿਰ ਪ੍ਰਾਣੀ ਨੂੰ ਪਤਾ ਲੱਗਦਾ ਹੈ ਕਿ ਇਹ ਨਾਮ ਰੂਪੀ ਧਨ ਕਦੀ ਮੁੱਕਣ ਵਾਲਾ ਨਹੀਂ ਹੈ। ਉਹ ਤੇ ਗੁਰਸਿੱਖ ਆਪ ਵੀ ਜਪਦੇ ਨੇ, ਹੋਰਾਂ ਨੂੰ ਜਪਾਉਂਦੇ ਨੇ। ਤੇ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਜਿਹੜਾ ਆਪ ਜਪਦਾ ਹੈ, ਹੋਰਾਂ ਨੂੰ ਨਾਮ ਜਪਾਉਂਦਾ ਹੈ, ਸੋ ਸਿੱਖ ਗੁਰੂ ਮਨ ਪਾਵੈ। ਐਸਾ ਸਿੱਖ ਸਾਨੂੰ ਬੜਾ ਚੰਗਾ ਲੱਗਦਾ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਅਸੀਂ ਐਸੇ ਗੁਰਸਿੱਖ ਦੇ ਚਰਨਾਂ ਦੀ ਖਾਕ ਮੰਗਦੇ ਹਾਂ। ਤੇ ਗਰੀਬ ਨਵਾਜ਼ ਕਿਰਪਾ ਕਰਦੇ ਨੇ, ਭਾਈ ਪਾਇਆ ਨਾਮ ਖਜ਼ਾਨਾ, ਨਾਮ ਰੂਪੀ ਖਜ਼ਾਨੇ ਦੀ ਪ੍ਰਾਪਤੀ ਹੋ ਗਈ। ਆਸਾ ਮਹੱਲਾ ਪੰਜਵਾ। ਆਸਾ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ। ਠਾਕੁਰ ਸਿਉ ਜਾ ਕੀ ਬਨਿਆਈ। ਜਿਨ੍ਹਾਂ ਗੁਰਸਿੱਖਾਂ ਦੀ, ਜਿਨ੍ਹਾਂ ਪ੍ਰਾਣੀਆਂ ਦੀ ਉਸ ਮਾਲਕ ਪਰਮਾਤਮਾ ਦੇ ਨਾਲ ਬਣ ਆਈ, ਪ੍ਰੀਤੀ ਬਣ ਆਈ, ਪ੍ਰੇਮ ਬਣ ਆਇਆ। ਭੋਜਨ ਪੂਰਨ ਰਹੇ ਅਗਾਈ। ਕਹਿੰਦੇ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਭੋਜਨ ਦੀ ਲੋੜ ਨਹੀਂ ਹੈ। ਉਹਨਾਂ ਦੇ ਪਾਸ ਕਿਹੜਾ ਭੋਜਨ ਹੈ? ਨਾਮ ਰੂਪੀ ਭੋਜਨ। ਭਾਈ ਗੁਰਦਾਸ ਨੇ ਜ਼ਿਕਰ ਕੀਤਾ ਹੈ, ਗੁਰਮੁਖ ਭੋਜਨ ਭਾਓ ਚਾਉ ਅਲੱਲਿਆ। ਉਹਨਾਂ ਦੇ ਪਾਸ ਨਾਮ ਰੂਪੀ ਭੋਜਨ ਹੈ, ਪਰ ਬੜੇ ਚਾਅ ਦੇ ਨਾਲ ਨਾਮ ਰੂਪੀ ਭੋਜਨ ਨੂੰ ਛਕਦੇ ਹਨ। ਰਹੇ ਅਗਾਹੀ, ਇਸ ਕਰਕੇ ਉਹਨਾਂ ਨੂੰ ਤ੍ਰਿਪਤੀ ਮਿਲ ਜਾਂਦੀ ਹੈ। ਕਛੂ ਨਾ ਥੋਰਾ ਹਰ ਭਗਤਨ ਕਉ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਭਾਈ ਭਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤੋਟੀ ਨਹੀਂ, ਭਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ ਹੈ। ਖਾਤ ਖਰਚਤ ਬਿਲਛਤ ਦੇਵਨ ਕਉ। ਕਹਿੰਦੇ ਜਿਹੜੇ ਭਗਤ ਨੇ ਖਾਤ ਆਪ ਨਾਮ ਨੂੰ ਜਪਦੇ ਨੇ, ਛਕਦੇ ਹਨ, ਖਰਚਤ ਹੋਰਾਂ ਨੂੰ ਜਪਾਉਂਦੇ ਹਨ, ਬਿਲਛਤ ਦੇਵਨ ਕਉ, ਅਤੇ ਹੋਰਾਂ ਨੂੰ, ਸੰਬੰਧੀਆਂ ਨੂੰ, ਆਪਣੇ ਸਾਥੀਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ। ਰਹਾਉ ਜਾ ਕਾ ਧਨੀ ਅਗਮ ਗੁਸਾਈ। ਵਿਸ਼ਰਾਮ ਦੇ ਕੇ ਕਿਰਪਾ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਗੁਸਾਈ ਸਾਰਿਆਂ ਦੇ ਮਾਲਕ ਹਨ। ਅਗਮ, ਜਿੱਥੇ ਮਨ ਦੀ ਗਮਤਾ ਨਹੀਂ ਹੈ। ਧਨੀ ਨਾਮ, ਜੋ ਬਹੁਤ ਵੱਡੇ ਤਨਾੜ ਹਨ, ਉਹਨਾਂ ਵਰਗਾ ਹੋਰ ਕੋਈ ਨਹੀਂ ਹੈ। ਮਾਨੁਖ ਕੀ ਕਹੋ ਕੇਤ ਚਲਾਈ। ਕਹਿੰਦੇ ਇਸ ਮਨੁੱਖ ਦੀ ਕੀ ਔਕਾਤ ਹੈ ਆਪਣੇ ਆਪ ਚੱਲ ਸਕੇ। ਸਾਰੀ ਜਿਹੜੀ ਸ੍ਰਿਸ਼ਟੀ ਹੈ, ਜੀਵ ਜਿਹੜੇ ਹਨ, ਉਹਦੇ ਹੁਕਮ ਦੇ ਵਿੱਚ ਹਨ। ਜਾ ਕੀ ਸੇਵਾ 10 ਅਸ਼ਟ ਸਿਧਾਈ। ਜਿਸ ਗੁਰੂ ਦੀ ਸੇਵਾ ਕਰਕੇ, ਗਰੀਬ ਨਵਾਜ਼ ਕਹਿੰਦੇ 10 ਤੇ ਅਸ਼ਟ 18 ਜਿਹੜੀਆਂ ਸਿੱਧੀਆਂ ਨੇ ਸਿਧਾਈ, ਉਹ ਰੱਬ ਦੇ ਪਿਆਰੇ ਦੇ ਪਿੱਛੇ ਪਿੱਛੇ ਦੌੜਦੀਆਂ ਹਨ। ਨਵ ਨਿਧੀ 18 ਸਿੱਧੀ, ਪਿੱਛੇ ਲੱਗਿਆ ਫਿਰਹਿ, ਜੋ ਹਰ ਹਿਰਦੈ ਸਦਾ ਵਸਾਏ। ਜਿਸ ਗੁਰਸਿੱਖ ਨੇ ਆਪਣੇ ਹਿਰਦੇ ਦੇ ਵਿੱਚ ਸਦਾ ਵਾਸਤੇ ਨਾਮ ਨੂੰ ਵਸਾਉਣਾ ਕੀਤਾ ਹੈ, 9 ਨਿਧੀਆਂ 18 ਸਿੱਧੀਆਂ ਉਹਨਾਂ ਦੇ ਪਿੱਛੇ ਦੌੜਦੀਆਂ ਨੇ। ਗੁਰੂ ਹਰਗੋਬਿੰਦ ਮਹਾਰਾਜ ਤਖਤ ਤੇ ਸੁਭਾਈਮਾਨ ਹਨ। ਭਾਈ ਗੜੀਆ ਜੀ ਮਹਾਰਾਜ ਜੀ ਦੇ ਸੇਵਕ ਹਨ। ਬੜੀ ਸਿੱਖ ਤੇ ਕਿਰਪਾ ਹੈ, ਰਹਿਮਤ ਹੈ, ਨਾਮ ਜਪਦਾ ਹੈ। ਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਹੁਕਮ ਕੀਤਾ ਭਾਈ ਗੜੀਏ ਜੀ ਨੂੰ ਕਿ ਆਪ ਜੀ ਸਿੱਖੀ ਦੇ ਪ੍ਰਚਾਰ ਵਾਸਤੇ ਕਸ਼ਮੀਰ ਦੀ ਧਰਤੀ ਤੇ ਜਾਓ। ਭਾਈ ਗੜੀਆ ਨੇ ਮਹਾਰਾਜ ਦੇ ਹੁਕਮ ਨੂੰ ਮੰਨਿਆ ਤੇ ਸਾਧ ਸੰਗਤ ਜੀ ਤੁਰ ਪਿਆ ਹੈ। ਮਾਰਗ ਦੇ ਵਿੱਚ ਗੁਜਰਾਤ ਨਗਰ ਆਉਂਦਾ ਹੈ। ਇੱਥੇ ਇੱਕ ਪੀਰ ਹੈ ਮੀਆਂ ਦੌਲਾ, ਜੋ ਮਹਾਰਾਜ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਮੁਰੀਦ ਹੈ। ਮੁਰੀਦ ਆਖਦੇ ਨੇ ਚੇਲੇ ਨੂੰ। ਮਰੀ ਸ਼ਬਦ ਜਿਹੜਾ ਹੈ ਫਾਰਸੀ ਦਾ ਹੈ। ਤੇ ਮੀਆਂ ਦੌਲਾ ਨੂੰ ਪਤਾ ਲੱਗਦਾ ਹੈ ਕਿ ਮਹਾਰਾਜ ਜੀ ਦਾ ਸਿੱਖ ਆਇਆ ਹੈ। ਬੜਾ ਅਦਬ ਕੀਤਾ, ਸਤਿਕਾਰ ਕੀਤਾ ਤੇ ਗੁਰੂ ਕੇ ਸਿੱਖ ਨੂੰ ਲੰਗਰ ਪਾਣੀ, ਭੋਜਨ ਪਾਣੀ ਛਕਾਇਆ। ਰਾਤ ਨੂੰ ਆਰਾਮ ਕੀਤਾ। ਦਿਨ ਚੜ੍ਹਦਾ ਹੈ।
ਸਿੱਖ ਨੂੰ ਸਤਿਕਾਰ ਦੇ ਵਜੋਂ ਛੱਡਣ ਵਾਸਤੇ ਬੜੀ ਦੂਰੀ ਤੱਕ ਜਾਂਦਾ ਹੈ ਪੀਰ ਮੀਆਂ ਦੌਲਾ। ਕੀ ਵੇਖਦਾ ਹੈ ਕਿ ਸਿੱਖ ਦੇ ਪਾਸ ਜਿਹੜੀ ਜੁੱਤੀ ਹੈ ਉਹ ਖੁੱਚਾਂ ਦੇ ਕੋਲੋਂ ਟੁੱਟੀ ਹੋਈ ਹੈ, ਖੁੱਚਾਂ ਤੇ ਮਿੱਟੀ ਪੈ ਰਹੀ ਹੈ। ਪੀਰ ਦੇ ਮਨ ਅੰਦਰ ਸ਼ੰਕਾ ਆ ਗਈ ਕਿ ਗੁਰੂ ਹਰਗੋਬਿੰਦ ਮਹਾਰਾਜ ਬਹੁਤ ਵੱਡੇ ਸੂਰਬੀਰ ਯੋਧੇ ਹਨ, ਜਿਨ੍ਹਾਂ ਦੇ ਪਾਸ ਧਨ ਦੀ ਕਮੀ ਨਹੀਂ, ਤੇ ਆਪਣੇ ਸਿੱਖ ਨੂੰ ਪ੍ਰਚਾਰ ਵਾਸਤੇ ਭੇਜਿਆ ਤੇ ਸਿੱਖ ਨੂੰ ਮਾਇਆ ਵੀ ਨਹੀਂ ਦਿੱਤੀ। ਚਲੋ ਮੈਂ ਕੁਝ ਮਾਇਆ ਦਿੰਦਾ ਹਾਂ। ਤਦੋਂ ਸਾਧ ਸੰਗਤ ਜੀ ਪੀਰ ਨੇ ਜਦੋਂ ਹਿਰਦੇ ਅੰਦਰ ਵਿਚਾਰ ਆਈ ਤੇ ਗੁਰੂ ਕਾ ਸਿੱਖ ਭਾਈ ਗੜੀਆ ਜੀ ਰੁਕ ਗਏ ਨੇ। ਉਥੇ ਬਹੁਤ ਠਿਕਰੀਆਂ ਪਈਆਂ ਨੇ, ਪੱਥਰ ਪਏ ਨੇ, ਰੋੜੇ ਪਏ ਨੇ। ਦ੍ਰਿਸ਼ਟੀ ਮਾਰੀ ਤੇ ਸਾਰੇ ਹੀਰੇ ਬਣ ਗਏ, ਜਵਾਹਰ ਬਣ ਗਏ। ਪੀਰ ਮੀਆਂ ਦੌਲਾ, ਸਿੱਖਾ ਤੇਰੇ ਅੰਦਰ ਇੰਨੀ ਤਾਕਤ। ਆਪਣੀ ਵਿਚਾਰ ਸੀ 10 ਅਸ਼ਟ ਸਿਧਾਈ ਜਾ ਕੀ ਸੇਵਾ, 10 ਅਸ਼ਟ ਸਿਧਾਈ। ਪੀਰ ਦੇ ਬੋਲ ਸੁਣੇ ਗੁਰੂ ਕਾ ਸਿੱਖ ਭਾਈ ਗੜੀਆ ਜੀ ਕਹਿਣ ਲੱਗਾ, ਪੀਰ ਜੀ ਆਪ ਜੀ ਨੇ ਗੁਰੂ ਤੇ ਸ਼ੰਕਾ ਕੀਤੀ ਸੀ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸਿੱਖ ਨੂੰ ਦਿੱਤਾ ਕੁਝ ਨਹੀਂ ਹੈ। ਸਾਡੇ ਗੁਰੂ ਦਾ ਹੁਕਮ ਹੈ ਸਾਦਾ ਲਿਬਾਸ ਤੇ ਮੁੱਖ ਅੰਦਰ ਹਿਰਦੇ ਦੇ ਵਿੱਚ ਵਾਹਿਗੁਰੂ ਦੀ ਭਗਤੀ। ਪੀਰ ਜੀ ਆਪ ਜੀ ਨੇ ਗੁਰੂ ਤੇ ਸ਼ੰਕਾ ਕੀਤੀ ਸੀ, ਇਸ ਕਰਕੇ ਤੁਹਾਡੀ ਸ਼ੰਕਾ ਮੈਂ ਦੂਰ ਕੀਤੀ ਹੈ, ਨਹੀਂ ਤੇ ਮੈਂ ਤੁਹਾਨੂੰ ਵਿਖਾਉਣਾ ਨਹੀਂ ਸੀ। ਜਾ ਕੀ ਸੇਵਾ, ਜਿਸ ਦੀ ਸੇਵਾ ਕਰਕੇ 10 ਅਸ਼ਟ ਸਿਧਾਈ, 9 ਨਿਧੀਆਂ 18 ਸਿੱਧੀਆਂ ਜਿਹੜੀਆਂ ਪਿੱਛੇ ਦੌੜਦੀਆਂ ਹਨ। ਪਲਕ ਦਿਸ਼ਟ ਤਾਕੀ ਲਾਗੋ ਪਾਈ। ਪਲਕ ਨਾਮ ਹੈ ਥੋੜੇ ਸਮੇਂ ਦਾ, ਅੱਖਾਂ ਨੂੰ ਬੰਦ ਕਰਨਾ ਖੋਲ੍ਹਣਾ। ਇੰਨੇ ਸਮੇਂ ਅੰਦਰ ਸਾਧ ਸੰਗਤ ਜੀ ਜਿਹੜੀਆਂ ਰਿੱਧੀਆਂ ਨੇ, ਸਿੱਧੀਆਂ ਨੇ, ਗੁਰੂ ਕੇ ਸਿੱਖ ਦੇ ਪਿੱਛੇ ਦੌੜਦੀਆਂ ਹਨ। ਜਾ ਕਉ ਦਇਆ ਕਰੋ ਮੇਰੇ ਸੁਆਮੀ। ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦੇ ਚਰਨਾਂ ਅੰਦਰ ਬੇਨਤੀਆਂ ਕਰੋ। ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਸਾਡੇ ਮਾਲਕ ਹੋ, ਸਾਡੇ ਤੇ ਦਇਆ ਕਰੋ, ਸਾਡੇ ਤੇ ਕਿਰਪਾ ਕਰੋ। ਜਾ ਕੋ ਦਇਆ ਕਰੋ ਮੇਰੇ ਸੁਆਮੀ। ਇਹ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਆਪ ਜੀ ਦਇਆ ਕਰਦੇ ਹੋ, ਮਿਹਰ ਕਰ ਦਿੰਦੇ ਹੋ। ਕਹੋ ਨਾਨਕ ਨਾਹੀ ਤਿਨ ਕਾਮੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਸਿੱਖਾਂ ਦੇ ਘਰ ਅੰਦਰ, ਉਹਨਾਂ ਜਗਿਆਸੂਆਂ ਦੇ ਘਰ ਅੰਦਰ ਕਿਸੇ ਪਦਾਰਥ ਦੀ ਕਮੀ ਨਹੀਂ ਰਹਿੰਦੀ। ਜਿੱਥੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਦੇ ਪਾਸ ਨਾਮ ਦੇ ਖਜ਼ਾਨੇ, ਭਗਤੀ ਦੇ ਖਜ਼ਾਨੇ, ਦੁਨੀਆ ਦੇ ਸੁੱਖਾਂ ਦੇ ਖਜ਼ਾਨੇ ਜਿਹੜੇ ਹਨ ਮਿਲ ਜਾਂਦੇ ਹਨ। ਭਾਈ ਗੁਰਦਾਸ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਜਦੋਂ ਕੋਈ ਭਾਵਨਾ ਵਾਲਾ ਸਿੱਖ ਆਪਣੇ ਘਰ ਦੇ ਵਿੱਚੋਂ ਇੱਕ ਕਦਮ ਤੁਰਦਾ ਹੈ ਗੁਰੂ ਦੇ ਵੱਲ, ਗੁਰੂ ਉਸ ਨੂੰ ਕਰੋੜਾਂ ਕਦਮ ਅੱਗੇ ਹੋ ਕੇ ਲੈਣ ਵਾਸਤੇ ਜਾਂਦੇ ਨੇ। ਏਕ ਸ਼ਰਨ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹ ਗੁਰੂ ਦਾ ਸੁਭਾਅ ਹੈ। ਉਹ ਕਰੋੜਾਂ ਕਦਮ ਅੱਗੇ ਹੋ ਕੇ ਲੈਣ ਵਾਸਤੇ ਆਪਣੇ ਸਿੱਖ ਨੂੰ ਜਾਂਦਾ ਹੈ। ਅਗਲੇ ਬਚਨ ਭਾਈ ਗੁਰਦਾਸ ਦੇ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਗੁਰੂ ਕਾ ਸਿੱਖ ਜਦੋਂ ਗੁਰੂ ਦੇ ਮੁਬਾਰਕ ਚਰਨਾਂ ਵਿੱਚ ਆਉਂਦਾ ਹੈ, ਟਕਾ ਰੱਖਦਾ ਹੈ, ਅਰਦਾਸ ਕਰਦਾ ਹੈ ਭਾਵਨਾ ਦੇ ਸਹਿਤ, ਭਾਈ ਗੁਰਦਾਸ ਕਹਿੰਦੇ ਤਾਹੇ ਗੁਰ, ਉਹ ਸਿੱਖ ਨੂੰ ਗੁਰੂ ਜੀ ਸਰਬ ਨਿਦਾਨ, ਸਾਰੇ ਨਦੀਆਂ ਦੇ ਖਜ਼ਾਨੇ, ਭਗਤੀ ਦੇ ਖਜ਼ਾਨੇ, ਦੁਨੀਆ ਦੇ ਰਾਜ ਭਾਗ ਦੇ ਖਜ਼ਾਨੇ ਦੇਤ ਹੈ, ਗੁਰੂ ਜੀ ਦੇ ਦਿੰਦੇ ਹਨ। ਭਾਈ ਗੁਰਦਾਸ ਦੇ ਅਖੀਰਲੇ ਬਚਨ ਹਨ, ਸਤਿਗੁਰ ਮਹਿਮਾ ਅਗਾਧ ਬੋਧ। ਗੁਰੂ ਦੀ ਜਿਹੜੀ ਮਹਿਮਾ ਹੈ ਬਹੁਤ ਵੱਡੀ ਹੈ, ਬਹੁਤ ਡੂੰਘੀ ਹੈ। ਨਮੋ ਨਮੋ ਨੇਤ 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 ਹੈ। ਐਸੇ ਗੁਰੂ ਨੂੰ ਮਨ ਬਾਣੀ ਸਰੀਰ ਕਰਕੇ ਨਮਸਕਾਰ 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 ਹੈ। ਕਹੋ ਨਾਨਕ ਨਾਹੀ ਤਿਨ ਕਾਮੀ, ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਉ ਕਹੋ ਕਾ ਕੀ ਕਮੀਆਂ। ਮਹਾਰਾਜ ਕਹਿੰਦੇ ਜਿਹਦਾ ਮਿੱਤਰ ਹੀ ਪਰਮਾਤਮਾ ਬਣ ਗਿਆ, ਉਹਦੇ ਘਰ ਅੰਦਰ ਕੋਈ ਕਮੀ ਨਹੀਂ, ਕਿਸੇ ਪ੍ਰਕਾਰ ਦੀ ਕੋਈ ਤੋਟੀ ਨਹੀਂ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਹਨ। ਜਾ ਕਉ ਦਇਆ ਕਰੋ ਮੇਰੇ ਸੁਆਮੀ। ਇਹ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਤੇ ਤੁਹਾਡੀ ਦਇਆ ਹੋ ਜਾਂਦੀ ਹੈ,
ਕਿਰਪਾ ਹੋ ਜਾਂਦੀ ਹੈ। ਕਿਰਪਾ ਕਟਾਕ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਜੇ ਉਹਦੀ ਕਿਰਪਾ ਆਪਣੇ ਪਿਆਰੇ ਤੇ ਹੋਵੇ ਤੇ ਵੱਡਾ ਜਿਹੜਾ ਦੁੱਖ ਹੈ ਕੋੜ ਦਾ ਦੂਰ ਹੋ ਜਾਂਦਾ ਹੈ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਨਾ, ਗੋਇੰਦਵਾਲ ਸਾਹਿਬ ਦੀ ਧਰਤੀ ਹੈ, ਇੱਥੇ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੁਭਾਏਮਾਨ ਹਨ। ਭਾਈ ਪ੍ਰੇਮਾ ਕੋੜੀ ਹੈ, ਸਰੀਰ ਤੇ ਸਾਧ ਸੰਗਤ ਜੀ ਕੋੜ ਦਾ ਦੁੱਖ ਹੈ, ਰੋਗ ਹੈ, ਦਰ ਤੇ ਡਿੱਗਿਆ ਪਿਆ ਹੈ ਤੇ ਆਪਣੇ ਮੁਖਾਰ ਬਿੰਦ ਤੋਂ ਜੀਭਾ ਤੋਂ ਬੋਲਦਾ ਹੈ, ਮੇਰਾ ਗਿਆ ਕਛੋਟਾ ਲਾਦਾ ਰੇ, ਮੇਰਾ ਗਿਆ ਕਛੋਟਾ ਲਾਦਾ ਰੇ। ਗੁਰੂ ਕੇ ਸਿੱਖ ਵਾਰ-ਵਾਰ ਪੜ੍ਹਾਉਂਦੇ ਹਨ ਤੇ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਕਿਰਪਾ ਕਰੋ, ਸਿੱਖ ਤੁਹਾਡੇ ਚਰਨਾਂ ਤੇ ਡਿੱਗਿਆ ਪਿਆ ਹੈ। ਕਹਿੰਦੇ ਗੁਰੂ ਅਮਰਦਾਸ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ, ਇਸ ਕੁੜੀ ਦੇ ਪਾਸ ਆਉਂਦੇ ਨੇ, ਇਹ ਉੱਚੀ ਉੱਚੀ ਬੋਲਦਾ ਹੈ, ਮੇਰਾ ਗਿਆ ਕਛੋਟਾ ਲਾਦਾ ਰੇ, ਮੇਰਾ ਗਿਆ ਕਛੋਟਾ ਲਾਦਾ ਰੇ। ਗੁਰੂ ਅਮਰਦਾਸ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ, ਨਾਨਕ ਨਦਰੀ ਨਦਰ ਨਿਹਾਲ। ਨਦਰੀ ਜਿਹੜਾ ਸ਼ਬਦ ਇਹ ਵੀ ਫਾਰਸੀ ਦਾ ਹੈ। ਫਿਰ ਮਹਾਰਾਜ ਜੀ ਨੇ ਇੰਨੀ ਕਿਰਪਾ ਕੀਤੀ, ਇਹਨੂੰ ਨਦਰੋਂ ਨਦਰੀ ਨਿਹਾਲ ਕਰ ਦਿੱਤਾ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ, ਭਾਈਓ ਪ੍ਰਭੂ ਬੜਾ ਦਿਆਲੂ ਹੈ, ਜਿੱਥੇ ਦਿਆਲੂ ਹੋ ਜਾਂਦਾ ਉੱਥੇ ਕੋਈ ਕਮੀ ਨਹੀਂ ਰਹਿੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਹਾਂ ਤੋਂ ਸਮਤ ਬਖਸ਼ਣੀ ਜੀ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਜਾ ਕਉ ਦਇਆ ਕਰੋ ਮੇਰੇ ਸੁਆਮੀ, ਕਹੋ ਨਾਨਕ ਨਾਹੀ ਤਿਨ ਕਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।